ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਨੰਦਨ ਤਹਾਂ ਬਸਤਿਓ ਸਮੋ ਵਿਸਾਲ। ਕਰਿਓ ਬਿਤਾਵਨ ਕੋ ਜਬੈ ਮਰੀ ਪਰੀ ਇਕ ਕਾਲ। ਸ੍ਰੀ ਸਤਿਗੁਰ ਨੰਦਨ ਤਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਦੀਨ ਦਿਆਲ ਜੋਤੀ ਸਰੂਪ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਇਮਾਨ ਨਿਰੰਕਾਰ ਦਾ ਸਰੂਪ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜਾ ਵਰਨਾ ਕੋਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਡਭਾਗੀ ਜਨਾਂ ਨੇ ਗੁਰਬਾਣੀ ਪੜ੍ਹ ਸੁਣ ਲਾਹੇ ਪ੍ਰਾਪਤ ਕੀਤੇ ਹਨ। ਆਓ ਹੋਰ ਵੀ ਸਤਸੰਗਤ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿਛਲੇ ਦੀਵਾਨ ਵਿੱਚ ਸਰਵਣ ਕਰਾਏ ਗਏ ਹਨ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਕਥਾ ਸੁਣਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਜਿਵੇਂ ਔਰੰਗਜ਼ੇਬ ਬਾਦਸ਼ਾਹ ਦੇ ਸੱਦਣ 'ਤੇ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਵਿਖੇ ਭੇਜਿਆ ਹੋਇਆ ਹੈ। ਮਜਨੂ ਦੇ ਟਿੱਲੇ ਵਾਲੇ ਸਥਾਨ 'ਤੇ ਬਾਬਾ ਜੀ ਦਾ ਡੇਰਾ ਲੱਗਿਆ। ਸਮੇਂ ਸਮੇਂ ਅਨੁਸਾਰ ਹਰ ਰੋਜ਼ ਔਰੰਗਜ਼ੇਬ ਬਾਦਸ਼ਾਹ ਆਪਣੀ ਸਭਾ ਵਿੱਚ ਸੱਦਦਾ। ਕਦੇ ਬਾਹਰ ਵਿਚਰਨ ਵਾਸਤੇ ਜਾਂਦਾ ਹੈ ਤਾਂ ਵੀ ਪਾਸ ਬੁਲਾ ਲੈਂਦਾ ਹੈ, ਨਾਲ ਲੈ ਜਾਂਦਾ ਹੈ। ਇੱਕ ਦਿਨ ਸਭਾ ਲਗਾਈ ਹੈ। ਇਸ ਦੀ ਸਭਾ ਵਿੱਚ ਬੈਠਣ ਵਾਲੇ ਜੋ ਵਿਦਵਾਨ ਉਲਮਾਬ ਕਾਜੀ ਮੁੱਲਾ ਆਦਿਕ ਨੇ, ਉਹਨਾਂ ਨੇ ਬਾਦਸ਼ਾਹ ਦੀ ਕਚਹਿਰੀ ਵਿੱਚ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਬੈਠਿਆ ਵੇਖ ਕੇ ਵਿਚਾਰਾਂ ਸ਼ੁਰੂ ਕੀਤੀਆਂ। ਅਨੇਕਾਂ ਹੀ ਪ੍ਰਸੰਗ ਛੇੜੇ ਨੇ। ਫਿਰ ਆਪਣੇ ਪੈਗੰਬਰਾਂ ਦੀਆਂ ਉਸਤਤਾਂ ਕੀਤੀਆਂ ਹਨ। ਫਿਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਰੇ ਕਹਿਣ ਲੱਗ ਪਏ। ਉਹਨਾਂ ਵਿੱਚੋਂ ਜੋ ਇੱਕ ਉਲਮਾਬ ਵਿਦਵਾਨ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ,
ਕਿ ਉਹਨਾਂ ਨੇ ਵੱਖਰਾ ਆਪਣਾ ਪੰਥ ਸ਼ੁਰੂ ਕੀਤਾ ਹੈ। ਨਾ ਉਹ ਹਿੰਦੂ ਹਨ, ਨਾ ਹੀ ਤੁਰਕ ਹਨ। ਉਹਨਾਂ ਦੀ ਮਰਿਆਦਾ ਨਿਰਾਲੀ ਹੈ। ਹੋਰ ਕਿਸੇ ਮਤ ਦੇ ਅਸੂਲਾਂ ਨੂੰ ਉਹਨਾਂ ਨੇ ਧਾਰਨ ਨਹੀਂ ਕੀਤਾ। ਇਸ ਤਰ੍ਹਾਂ ਗੱਲਾਂ ਕਰਦਿਆਂ ਹੋਇਆਂ ਉਸ ਨੇ ਮਹਾਰਾਜ ਸਾਹਿਬ ਜੀ ਦੀ ਨਿੰਦਾ ਸ਼ੁਰੂ ਕਰ ਦਿੱਤੀ ਹੈ। ਜ਼ਿਆਦਾ ਜਦੋਂ ਬਕਵਾਸ ਕਰਨੀ ਸ਼ੁਰੂ ਕੀਤੀ, ਪਹਿਲਾਂ ਤਾਂ ਬਾਬਾ ਰਾਮ ਰਾਏ ਜੀ ਨੇ ਉਸ ਨੂੰ ਬਚਨ ਸੁਣਾਏ ਨੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੰਕਾਰ ਸਹਿਤ ਹੋ ਕੇ ਭਾਵੇਂ ਕੋਈ ਸਿੱਧ ਵੀ ਆਏ ਹੈ ਜਾਂ ਤੁਹਾਡੇ ਪੀਰ ਫਕੀਰ ਵੀ, ਉਹਨਾਂ ਨੇ ਵੀ ਚਰਚਾ ਕੀਤੀ ਹੈ। ਸਤਿਗੁਰਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਸਭ ਹਾਰ ਗਏ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਤੇਜ ਪ੍ਰਤਾਪ ਸਭ ਤੋਂ ਵੱਧ ਪ੍ਰਗਟ ਹੋਇਆ ਹੈ। ਜਿਹੜੇ ਪਖੰਡੀ ਸਨ, ਉਹਨਾਂ ਪਖੰਡੀਆਂ ਦੇ ਪਾਜ ਉਘੇੜ ਦਿੱਤੇ। ਦਿਖਾਵੇ ਦੇ ਸਨ, ਉਹਨਾਂ ਨੂੰ ਮੱਤ ਦੇ ਦਿੱਤੀ। ਇਸ ਪ੍ਰਕਾਰ ਜਦੋਂ ਸੁਣਾਏ ਹਨ ਬਚਨ, ਪਰ ਅੱਗੋਂ ਸੁਣ ਕੇ ਨਿੰਦਾ ਕਰਨ ਲੱਗ ਪਿਆ। ਫਿਰ ਕਿਹਾ ਬਾਬਾ ਰਾਮ ਰਾਏ ਜੀ ਨੇ ਕਿ ਤੇਰੀ ਉੱਲੂ ਬਿਰਤੀ ਹੈ। ਉੱਲੂ ਨੂੰ ਸੂਰਜ ਦਾ ਪ੍ਰਕਾਸ਼ ਚੰਗਾ ਨਹੀਂ ਲੱਗਦਾ, ਉਹ ਤਾਂ ਫਿਰ ਵੀ ਅੰਨਾ ਹੀ ਹੋਇਆ ਰਹਿੰਦਾ ਹੈ। ਉਸ ਵਾਸਤੇ ਹਨੇਰਾ ਹੀ ਪਾਉਂਦਾ ਹੈ। ਜੇ ਤੂੰ ਨਿੰਦਾ ਹੀ ਕਰਨੀ ਹੈ ਤਾਂ ਫਿਰ ਤੂੰ ਬੋਲ ਹੀ ਨਹੀਂ ਸਕੇਗਾ ਅੱਗੇ ਵਾਸਤੇ। ਇਉਂ ਬਚਨ ਕਰਨ 'ਤੇ ਉਹ ਉਲਮਾਬ ਵਿਦਵਾਨ ਗੂੰਗਾ ਹੋ ਗਿਆ। ਇੱਕ ਹੋਰ ਉਲਮਾਬ ਨੇ, ਵਿਦਵਾਨ ਨੇ ਸ਼ੰਕੇ ਕੀਤੇ ਗੁਰਬਾਣੀ ਦੀਆਂ ਪੰਗਤੀਆਂ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ। ਇਹਨਾਂ ਬਚਨਾਂ ਦੇ ਉੱਪਰ ਬਾਬਾ ਜੀ ਨੇ ਅੱਗੋਂ ਕਿਹਾ ਕਿ ਤੈਨੂੰ ਸਮਝ ਨਹੀਂ ਹੈ। ਜੇ ਸਮਝਣ ਵਾਲਾ ਹੋਵੇ ਕੋਈ ਸਮਝ ਸਕਦਾ ਹੈ ਕਿ ਇਸ ਗਿਆਨ ਦੀ ਪ੍ਰਕਾਸ਼ ਦੀ ਗੱਲ ਕੀਤੀ ਹੋਈ ਹੈ। ਉਹ ਕਹਿਣ ਲੱਗਾ ਕਿ ਜਿਵੇਂ ਚੰਦਰਮਾ ਹਨ, ਆਕਾਸ਼ ਵਿੱਚ ਤਾਰੇ ਨੇ, ਤਾਰੇ ਨਜ਼ਰ ਕਿਉਂ ਨਹੀਂ ਆਉਂਦੇ? ਤਾਂ ਬਾਬਾ ਰਾਮ ਰਾਏ ਜੀ ਨੇ ਆਖਿਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜੇ ਪੂਰਨ ਸਤਿਗੁਰੂ ਹਨ ਤਾਂ ਤੈਨੂੰ ਦਿਨੇ ਵੀ ਤਾਰੇ ਦਿਸਣ ਲੱਗ ਪੈਣਗੇ। ਉਹਨੇ ਉਲਮਾਬ ਨੇ ਕਿਹਾ ਸੀ ਕਿ ਜੇ ਸਤਿਗੁਰਾਂ ਦਾ ਇੰਨਾ ਵੱਡਾ ਪ੍ਰਤਾਪ ਹੈ ਤਾਂ ਸੂਰਜ ਦਾ ਪ੍ਰਕਾਸ਼ ਮੱਧਮ ਕਿਉਂ ਨਹੀਂ ਪੈ ਜਾਂਦਾ? ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਕਿ ਸਤਿਗੁਰੂ ਸਾਹਿਬ ਜੀ ਦਾ ਵੱਡਾ ਪ੍ਰਕਾਸ਼ ਪ੍ਰਤਾਪ ਹੈ। ਜੇ ਹੈ ਤਾਂ ਫਿਰ ਨਾਲ ਹੀ ਤੈਨੂੰ ਦਿਨੇ ਵੀ ਤਾਰੇ ਦਿਸ ਪੈਂਦੇ ਹੈ, ਦਿਸ ਪੈਣਗੇ। ਐਸਾ ਬਚਨ ਕੀਤਾ ਤਾਂ ਦਿਨੇ ਉਸ ਨੂੰ ਤਾਰੇ ਦਿਖਾ ਦਿੱਤੇ ਹੈ। ਇਸੇ ਤਰ੍ਹਾਂ ਚੌਪੜ ਦੀ ਖੇਡ ਇੱਕ ਦਿਨ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਮਿਲ ਕੇ ਖੇਡੀ ਹੈ। 1000 ਮੋਹਰਾਂ ਪਹਿਲਾਂ ਹਰਾਈਆਂ, ਫਿਰ 2000 ਰੱਖ ਕੇ ਖੇਡ ਖੇਡਦਿਆਂ ਹਰਾ ਦਿੱਤੀਆਂ, ਫਿਰ 3000 ਹਰਾਈਆਂ, ਫਿਰ ਉਹ 6000 ਹਰਾਈਆਂ ਹੋਈਆਂ ਵਾਪਸ ਲੈਣ ਵਾਸਤੇ 6000 ਹੋਰ ਮੋਹਰਾਂ ਜਿੱਤਣ ਵਾਸਤੇ ਦਾਅ 'ਤੇ ਲਗਾ ਦਿੱਤੀਆਂ। ਖੇਡਦਿਆਂ ਹੋਇਆਂ ਫਿਰ ਵੀ ਹਾਰ ਗਿਆ। 12000 ਮੋਹਰਾਂ ਸੋਨੇ ਦੀਆਂ ਜੋ ਹਰਾ ਦਿੱਤੀਆਂ ਬਾਬਾ ਰਾਮ ਰਾਏ ਜੀ ਦੇ ਨਾਲ ਚੌਪੜ ਦੀ ਖੇਡ ਖੇਡਦਿਆਂ ਹੋਇਆਂ ਬਹੁਤ ਹੀ ਖਿਝਦਾ ਖਪਦਾ ਰਿਹਾ। ਨਾਲ ਉਸ ਦੇ ਸਹਿਯੋਗੀ ਜੋ ਚੌਪੜ ਦੀ ਖੇਡ ਨੂੰ ਜਾਣਨ ਵਾਲੇ, ਉਹ ਸਹਾਇਤਾ ਵੀ ਕਰਦੇ ਰਹੇ, ਪਰ ਕੋਈ ਬਸ ਨਾ ਚੱਲਿਆ। ਬਥੇਰੇ ਦਾਅ ਲਾਏ, ਕੱਲਿਆਂ ਬਾਬਾ ਰਾਮ ਰਾਏ ਜੀ 'ਤੇ ਜਿੱਤ ਬਹੁਤੇ ਜਾਣੇ ਮਿਲ ਕੇ ਬਾਦਸ਼ਾਹ ਸਮੇਤ ਤਾਂ ਵੀ ਨਹੀਂ ਪ੍ਰਾਪਤ ਕਰ ਸਕੇ। ਸੋ ਬਾਬਾ ਜੀ ਦੀ ਹੀ ਫਤਿਹ ਹੋਈ, ਬਾਬਾ ਰਾਮ ਰਾਏ ਜੀ ਦੀ। ਇਉਂ ਵਿਸਥਾਰ ਪੂਰਵਕ ਪਿਛਲੇ ਦੀਵਾਨਾਂ ਵਿੱਚ ਪ੍ਰਸੰਗ ਸਰਵਣ ਕਰਾਏ ਗਏ ਹਨ। ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਨੰਦਨ ਤਹਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਉੱਥੇ ਦਿੱਲੀ ਵਿਖੇ ਔਰੰਗਜ਼ੇਬ ਦੀ ਸਭਾ ਵਿੱਚ ਜਾਂਦੇ ਹਨ। ਬਸਤਿਓ ਸਮੋ ਵਿਸਾਲ। ਤੇ ਦਿੱਲੀ ਸ਼ਹਿਰ ਦੇ ਵਿੱਚ ਨਿਵਾਸ ਕਰਦਿਆਂ ਹੋਇਆਂ ਬਹੁਤਾ ਸਮਾਂ ਜਦੋਂ ਬਤੀਤ ਕੀਤਾ, ਕਰਿਓ ਬਿਤਾਵਨ ਕੋ ਜਬੈ। ਇਸੇ ਪ੍ਰਕਾਰ ਕਈ ਮਹੀਨੇ ਜਦੋਂ ਉੱਥੇ ਰਹਿੰਦਿਆਂ ਹੋਇਆਂ ਗੁਜ਼ਰ ਗਏ ਹਨ। ਮਰੀ ਪਰੀ ਇੱਕ ਕਾਲ। ਤਾਂ ਉਸ ਵੇਲੇ ਇੱਕ ਸਮੇਂ ਵਿੱਚ ਮਰੀ ਦੀ ਭਿਆਨਕ ਜੋ ਬਿਮਾਰੀ ਹੈ ਉਹ ਦਿੱਲੀ ਸ਼ਹਿਰ ਦੇ ਵਿੱਚ ਫੈਲ ਗਈ, ਜਿਸ ਦਾ ਭਾਵ ਕਿ ਹੈਜਾ ਆਦਿਕ ਹੋ ਜਾਣਾ।
ਉਲਟੀਆਂ ਦਸਤ ਆਦਿਕ ਲੱਗ ਜਾਣੇ। ਇਸ ਪ੍ਰਕਾਰ ਦੀ ਜੋ ਮਰੀ ਦੀ ਕਹੀ ਜਾਂਦੀ ਬਿਮਾਰੀ ਹੈ ਪੈ ਗਈ। ਚੌਪਈ ਭਇਓ ਤਰਾਸ ਜਬ ਦਿੱਲੀ ਪੁਰ ਮੈਂ। ਤੇ ਦਿੱਲੀ ਸ਼ਹਿਰ ਦੇ ਵਿੱਚ ਲੋਕਾਂ ਨੂੰ ਬਿਮਾਰੀ ਤੋਂ ਬਹੁਤ ਜ਼ਿਆਦਾ ਡਰ ਲੱਗਣ ਲੱਗ ਪਿਆ। ਰੁਦਤ ਅਮੁਦਤ ਸ਼ੋਕ ਘਰ ਘਰ ਮੈਂ। ਤੇ ਘਰਾਂ ਘਰਾਂ ਦੇ ਵਿੱਚ ਬਹੁਤਾ ਸ਼ੋਕ ਗਮ ਹੁੰਦਾ, ਬਹੁਤ ਲੋਕ ਦੁਖੀ ਹੁੰਦੇ। ਜਦੋਂ ਘਰ ਦੇ ਵਿੱਚੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤਾਂ ਫਿਰ ਰੋਂਦੇ। ਹਾਹਾਕਾਰ ਮ੍ਰਿਤੂ ਕੇ ਤਰਾਸਾ। ਤੇ ਮੌਤ ਦੇ ਡਰ ਕਰਕੇ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਹਾਹਾਕਾਰ ਮਚ ਗਈ। ਮਰਹਿ ਤੁਰਤ ਉਪਚਾਰ ਨ ਆਸਾ। ਤੇ ਕੋਈ ਇਲਾਜ ਦੀ ਵੀ ਆਸ ਨਹੀਂ ਰਹਿੰਦੀ, ਛੇਤੀ ਕਿਸੇ ਦਾ ਕੋਈ ਇਲਾਜ ਵੀ ਨਹੀਂ ਹੁੰਦਾ। ਥੋੜ੍ਹੇ ਸਮੇਂ ਵਿੱਚ ਹੀ ਮੌਤਾਂ ਹੋ ਜਾਂਦੀਆਂ ਲੋਕਾਂ ਦੀਆਂ। ਰਾਉ ਰੰਕ ਸਭ ਕੇ ਇਕਸਾਰ। ਤੇ ਭਾਵੇਂ ਕੋਈ ਰਾਜਾ ਹੋਵੇ ਜਾਂ ਕਿ ਨਿਰਧਨ ਕੰਗਾਲ ਕਿਹਾ ਜਾਂਦਾ ਹੋਵੇ, ਸਭਨਾਂ ਦੇ ਉੱਪਰ ਬਰਾਬਰ ਦਾ ਹੀ ਆਪਣਾ ਜੋ ਜ਼ੋਰ ਹੈ ਬਿਮਾਰੀ ਪਾਉਂਦੀ ਹੈ। ਪੰਡਤ ਮੂਢਨ ਪਰੀ ਪੁਕਾਰ। ਤੇ ਜਿਹੜੇ ਪੰਡਿਤ ਲੋਕ ਅਤੇ ਮੂਰਖ ਲੋਕ ਵੀ ਕਹੇ ਜਾਂਦੇ ਹਨ, ਜਾਂ ਕਿ ਅਨਪੜ੍ਹ ਲੋਕ ਵੀ ਕਹੇ ਜਾਂਦੇ ਹਨ, ਜਾਂ ਬਹੁਤੇ ਸਿਆਣੇ ਵੀ ਆਖੇ ਜਾਂਦੇ ਨੇ, ਉਹਨਾਂ ਦੇ ਵਿੱਚ ਵੀ ਦੁਖੀ ਹੋ ਕੇ ਬਹੁਤੀਆਂ ਪੁਕਾਰਾਂ ਹੋਣ ਲੱਗੀਆਂ। ਘਰ ਘਰ ਰੋਦਿਤ ਹੈ ਨਰ ਨਾਰੀ। ਤੇ ਘਰਾਂ ਘਰਾਂ ਦੇ ਵਿੱਚ ਬਹੁਤੇ ਪੁਰਸ਼ ਇਸਤਰੀਆਂ ਨੂੰ ਰੋਣਾ ਪਿਆ, ਬਹੁਤ ਹੀ ਜ਼ਿਆਦਾ ਬਿਮਾਰੀ ਫੈਲਣ ਕਰਕੇ। ਕੇਸ ਉਖਾਰ ਹੈ ਮੁਰਛਾ ਧਾਰੀ। ਤੇ ਬਹੁਤੇ ਆਪਣੇ ਸੰਬੰਧੀਆਂ ਦਾ ਜਦੋਂ ਬਿਮਾਰੀ ਦੇ ਕਾਰਨ ਮੌਤ ਹੋਣ ਤੇ ਵਿਛੋੜਾ ਪੈਂਦਾ ਹੈ, ਤਾਂ ਫਿਰ ਘਰਾਂ ਦੇ ਵਿੱਚ ਜਦੋਂ ਲੋਕ ਰੋਂਦੇ ਹੈ, ਆਪਣੇ ਕੇਸਾਂ ਨੂੰ ਪੁੱਟਦੇ, ਇਸ ਤਰ੍ਹਾਂ ਆਪਣੇ ਰੋਮਾਂ ਕੇਸਾਂ ਨੂੰ ਪੁੱਟਦਿਆਂ ਹੋਇਆ ਕਈ ਬੇਹੋਸ਼ੀ ਦੀ ਹਾਲਤ ਵਿੱਚ ਹੋ ਜਾਂਦੇ। ਦਸਤ ਬਮਨ ਦੋ ਲੱਗ ਜਾਏ। ਤੇ ਇਸ ਤਰ੍ਹਾਂ ਐਸੀ ਬਿਮਾਰੀ ਚੰਬੜਦੀ ਹੈ ਜਿਸ ਕਰਕੇ ਦਸਤ ਮਰੋੜ ਆਦਿਕ ਲੱਗ ਜਾਂਦੇ ਹੈ ਔਰ ਉਲਟੀਆਂ ਉੱਪਰ ਛਲ ਆਉਣ ਲੱਗ ਪੈਂਦੀਆਂ। ਇੱਕ ਦੋਏ ਜਾਮ ਬਿਖੈ ਮ੍ਰਿਤ ਪਾਏ। ਤੇ ਜਦੋਂ ਕਿਤੇ ਇਹ ਬਿਮਾਰੀ ਕਿਸੇ ਨੂੰ ਲੱਗਦੀ ਹੈ ਤਾਂ ਥੋੜ੍ਹੇ ਸਮੇਂ ਵਿੱਚ 1-2 ਪਹਿਰਾਂ ਦੇ ਵਿੱਚ ਹੀ ਉਸ ਦਾ ਮਰਨਾ ਹੁੰਦਾ। ਕਰ ਉਪਚਾਰ ਵੈਦ ਪਚਹਾਰੇ। ਤੇ ਜਿਹੜੇ ਵੈਦ ਲੋਕ ਨੇ, ਹਕੀਮ ਕਹੇ ਜਾਂਦੇ ਹਨ ਸਿਆਣੇ, ਉਹ ਵੀ ਇਲਾਜ ਕਰਦੇ ਹੋਏ ਥੱਕ ਹਾਰ ਗਏ। ਨਹਿ ਬਸ ਚਲ ਹੈ ਸੋ ਕੌਣ ਵਿਚਾਰੇ। ਤੇ ਕੌਣ ਵਿਚਾਰ ਕਰੇ ਕਿ ਕਿਸ ਤਰ੍ਹਾਂ ਇਲਾਜ ਹੋ ਸਕਦਾ ਹੈ, ਕਿਵੇਂ ਇਸ ਭਿਆਨਕ ਬਿਮਾਰੀ 'ਤੇ ਕਾਬੂ ਪਾਇਆ ਜਾ ਸਕਦਾ। ਉਹਨਾਂ ਦਾ ਕੋਈ ਵੀ ਵੱਸ ਨਾ ਚੱਲਦਾ ਵੈਦਾਂ ਹਕੀਮਾਂ ਦਾ। ਸ਼ਾਹ ਸਭਾ ਮਹਿ ਨਿਤ ਪ੍ਰਤਬਾਤੀ। ਤੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਹਰ ਰੋਜ਼ ਇਸ ਬਿਮਾਰੀ ਬਾਰੇ ਗੱਲ ਚੱਲਦੀ। ਕਰਹਿ ਸਭਾ ਮਹਿ ਮ੍ਰਿਤ ਜਿਸ ਭਾਂਤੀ। ਤੇ ਜਿਸ ਤਰ੍ਹਾਂ ਲੋਕਾਂ ਦੀ ਮੌਤ ਹੁੰਦੀ ਹੈ, ਉਹ ਗੱਲਾਂ ਆ ਕੇ ਸਭਾ ਦੇ ਵਿੱਚ ਔਰੰਗਜ਼ੇਬ ਦੇ ਪਾਸ ਦੱਸਦੇ। ਆਜ ਪੁਰੀ ਮਹਿ ਏਤੇ ਮਰੇ। ਤੇ ਇਸ ਤਰ੍ਹਾਂ ਦੱਸਦੇ ਕਿ ਜਿਵੇਂ ਅੱਜ ਸ਼ਹਿਰ ਦੇ ਵਿੱਚ ਇੰਨੇ ਲੋਕ ਮਰ ਗਏ ਹਨ, ਜਿਵੇਂ ਸਾਧ ਸੰਗਤ ਆ ਜੋ ਭਿਆਨਕ ਬਿਮਾਰੀ ਪ੍ਰਗਟ ਹੈ ਕਈ ਮਹੀਨਿਆਂ ਤੋਂ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਅੱਜ ਕੱਲ੍ਹ ਜਿਵੇਂ ਕਿ ਜੋ ਬਿਮਾਰੀ ਦੀ ਹਾਲਤ ਲੋਕਾਂ ਵਿੱਚ, ਬਿਮਾਰੀ ਦੀ ਦਸ਼ਾ ਦੱਸਣ ਵਾਲੇ ਹਨ, ਜੋ ਖਬਰਾਂ ਦੇਣ ਵਾਲੇ ਹਨ, ਉਹ ਹੋਰ ਲੋਕਾਂ ਨੂੰ ਦੱਸ ਕਰਕੇ ਭੈਭੀਤ ਕਰਦੇ ਹੈ। ਔਰ ਇਸੇ ਪ੍ਰਕਾਰ ਜਿਹੜੇ ਡਰਨ ਵਾਲੇ ਹਨ, ਉਹ ਸੁਣ ਕੇ ਹੋਰ ਜ਼ਿਆਦਾ ਘਬਰਾਉਂਦੇ ਹੈ ਹੋਰਾਂ ਨੂੰ ਦੱਸ ਕੇ। ਜਿਹੜੇ ਸੁਣਦੇ ਹਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਡਰ ਲੱਗਦਾ ਹੈ। ਇਸੇ ਪ੍ਰਕਾਰ ਦੀਆਂ ਖਬਰਾਂ ਜੋ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਆ ਕੇ ਵੀ ਲੋਕ ਦੱਸਦੇ ਕਿ ਅੱਜ ਦਿੱਲੀ ਸ਼ਹਿਰ ਦੇ ਵਿੱਚ ਇੰਨੇ ਲੋਕ ਮਰੀ ਜੋ ਹੈਜੇ ਆਦਿਕ ਦੀ ਬਿਮਾਰੀ ਦੇ ਕਾਰਨ ਮਰ ਗਏ ਹਨ। ਬਹਿਰ ਥਾਨ ਸ਼ਮਸ਼ਾਨਨ ਭਰੇ। ਤੇ ਇਸ ਤਰ੍ਹਾਂ ਦੱਸਦੇ ਕਿ ਬਾਹਰ ਜਿਹੜੇ ਸ਼ਮਸ਼ਾਨ ਘਾਟਾਂ ਵਾਲੇ ਥਾਂ ਹਨ ਜਾਂ ਕਬਰਸਤਾਨ ਆਦਿਕ ਨੇ, ਉਹ ਵੀ ਬਹੁਤੇ ਹੀ ਮ੍ਰਿਤਕ ਪ੍ਰਾਣੀਆਂ ਦੇ ਨਾਲ, ਮ੍ਰਿਤਕਾਂ ਦੇ ਸਰੀਰਾਂ ਦੇ ਨਾਲ, ਉਹਨਾਂ ਦੇ ਨਾਲ ਭਰੇ ਹੋਏ ਹਨ। ਦਬਹਿ ਸੈਂਕਰੇ ਸੈਂਕਰ ਜਾ ਰਹੇ। ਤੇ ਕਈ ਸ਼ਮਸ਼ਾਨ ਘਾਟਾਂ ਦੇ ਵਿੱਚ ਜੋ ਸਾੜੇ ਜਾਂਦੇ, ਜਿਨ੍ਹਾਂ ਦੇ ਸੰਸਕਾਰ ਕੀਤੇ ਜਾਂਦੇ ਆ, ਤੇ ਸੰਸਕਾਰ ਤਾਂ ਕੀ ਕਰਨਾ ਹੈ, ਉਹਨਾਂ ਦਾ ਕੇਵਲ ਸਾੜਨ ਤੁਲ ਹੀ ਹੈ। ਕਿਉਂਕਿ ਬਿਮਾਰੀ ਦੀ ਹਾਲਤ ਵਿੱਚ ਕੋਈ ਪ੍ਰਾਣੀ ਚੜ੍ਹਾਈ ਕੀਤਾ ਹੋਵੇ ਤਾਂ ਬਹੁਤੇ ਲੋਕ ਡਰਦੇ ਹੋਏ ਉਸ ਦੇ ਨੇੜੇ ਨਹੀਂ ਜਾਂਦੇ। ਸੰਸਕਾਰ ਤਾਂ ਪੂਰਾ
ਮਰਜ਼ਾਦਾ ਮੁਤਾਬਕ ਤਾਂ ਕੀ ਕਰਨਾ, ਕੇਵਲ ਸਾੜਨ ਤੱਕ ਹੀ ਉਹਨਾਂ ਦਾ ਮਤਲਬ ਹੁੰਦਾ ਹੈ। ਇਸੇ ਪ੍ਰਕਾਰ ਜਿਹੜੇ ਇਸਲਾਮ ਮਤ ਨਾਲ ਸੰਬੰਧ ਰੱਖਣ ਵਾਲੇ ਹੈ, ਉਹਨਾਂ ਦਾ ਕਬਰਸਤਾਨਾਂ ਦੇ ਵਿੱਚ ਦਫਨਾਇਆ ਜਾਂਦਾ ਉਹਨਾਂ ਦੇ ਸਰੀਰਾਂ ਨੂੰ। ਆਵਤ ਜਾਤੇ ਰੁਦਤ ਪੁਕਾਰ ਹੈ। ਤੇ ਜਿਹੜੇ ਕੋਈ ਜੋ ਸੰਸਕਾਰ ਕਰਕੇ ਆਉਂਦੇ ਹਨ ਜਾਂ ਕਿਸੇ ਮੁਸਲਮਾਨ ਦੇ ਸਰੀਰ ਨੂੰ ਦਫਨਾ ਕੇ ਮਿੱਟੀ ਵਿੱਚ ਦੱਬ ਕੇ ਕਬਰਸਤਾਨ ਵਿੱਚੋਂ ਵਾਪਸ ਮੁੜਦੇ ਹਨ, ਤਾਂ ਕਈ ਲੋਕ ਜੋ ਰੋਂਦੇ ਉਹਨਾਂ ਦੇ ਸੰਬੰਧੀ ਪੁਕਾਰਾਂ ਕਰਦੇ। ਕਹੂੰ ਵੈਦ ਫਿਰ ਤੇ ਉਤਲਾਵਤ। ਤੇ ਕਈ ਵੈਦ ਹਕੀਮ ਆਦਿਕ ਇੱਕ ਥਾਂ ਤੋਂ ਦੂਸਰੇ ਥਾਂ ਤੇ ਮਰੀਜ਼ਾਂ ਦਾ, ਬਿਮਾਰਾਂ ਦਾ ਇਲਾਜ ਕਰਨ ਵਾਸਤੇ ਕਾਹਲੀ ਨਾਲ ਜਾਂਦੇ ਆਉਂਦੇ ਫਿਰਦੇ। ਕੇਤਕ ਔਖਦ ਦੌਰਤ ਲਿਆਵਤ। ਤੇ ਕਈ ਵੈਦ ਹਕੀਮ ਦੌੜ ਦੌੜ ਕੇ ਦੂਰ ਦੂਰ ਥਾਵਾਂ ਤੋਂ ਔਸ਼ਧੀ ਆਦਿਕ ਲਿਆ ਕੇ ਦਿੰਦੇ ਹੈ। ਕਈ ਮਰੀਜ਼ਾਂ ਦੇ ਜਿਹੜੇ ਸੰਬੰਧੀ ਨੇ ਉਹ ਵੀ ਥਾਂ ਥਾਂ ਤੋਂ ਦੂਰ ਦੂਰ ਜਾ ਕੇ ਵੈਦਾਂ ਹਕੀਮਾਂ ਤੋਂ ਔਸ਼ਧੀਆਂ ਦਵਾਈਆਂ ਆਦਿਕ ਲੈ ਕੇ ਆਪਣੇ ਸੰਬੰਧੀਆਂ ਵਾਸਤੇ ਲਿਆ ਕੇ ਦਿੰਦੇ ਹਨ। ਸ਼ਾਹੂ ਨਿਕਟ ਕੇ ਕੇਤਕ ਮਰੇ। ਤੇ ਕਈ ਜਿਹੜੇ ਔਰੰਗਜ਼ੇਬ ਬਾਦਸ਼ਾਹ ਦੇ ਨੇੜਲੇ ਲੋਕ ਨੇ, ਸਭਾ ਵਿੱਚ ਆਉਣ ਵਾਲੇ ਜਾਂ ਸਭਾ ਦੇ ਵਿੱਚ ਆ ਕੇ ਕੰਮਕਾਰ ਕਰਨ ਕਰਾਉਣ ਵਾਲੇ ਕਾਜੀ ਮੁੱਲਾ ਉਲਮਾਵਾਂ ਦੇ ਜਿਹੜੇ ਸੰਬੰਧੀ ਉਹ ਵੀ ਕਈ ਮਰ ਗਏ। ਜੀਵਤ ਮਹਾ ਤਰਾਸ ਕਹੋ ਕਰੇ। ਤੇ ਜਿਹੜੇ ਜਿਉਂਦੇ ਹੈ ਉਹ ਬਹੁਤ ਜ਼ਿਆਦਾ ਹੀ ਡਰ ਦੇ ਸਹਿਤ ਹੁੰਦੇ। ਏਕ ਬਾਰ ਕਿਆ ਕਿਆਮਤ ਆਈ। ਤੇ ਇੱਕੋ ਵਾਰ ਐਸੀ ਜੋ ਭਿਆਨਕ ਬਿਮਾਰੀ ਲੋਕਾਂ ਵਿੱਚ ਫੈਲੀ ਹੈ, ਜਾਣੋ ਕਿ ਜਿਵੇਂ ਕਿਆਮਤ ਹੀ ਆ ਗਈ ਹੋਵੇ, ਜਦੋਂ ਕਿ ਸਾਰੇ ਲੋਕ ਹੀ ਬਹੁਤ ਜ਼ਿਆਦਾ ਬਿਮਾਰੀ ਨਾਲ ਮਰਨ ਲੱਗ ਪਏ। ਮਰਹਿ ਹਜ਼ਾਰੋਂ ਨਹਿ ਬਿਲਮਾਈ। ਤੇ ਹਜ਼ਾਰਾਂ ਦੇ ਮਰਦਿਆਂ ਹੋਇਆਂ ਵੀ ਕੋਈ ਦੇਰ ਨਾ ਲੱਗਦੀ ਰਹੀ। ਔਖਦ ਦੇਈ ਲਗਹਿ ਨਹਿ ਕਾਹੂ। ਤੇ ਜੇ ਕੋਈ ਵੈਦ ਹਕੀਮ ਔਖਦ ਦਵਾਈ ਦਿੰਦੇ ਹਨ ਤਾਂ ਕਿਸੇ ਤੇ ਉਸ ਦਵਾਈ ਦਾ ਅਸਰ ਵੀ ਨਾ ਹੁੰਦਾ। ਬਮਨ ਦਸਤ ਲਾਗੇ ਦੁਖ ਮਾਹੂ। ਉਲਟੀਆਂ ਆਦਿਕ ਲੱਗਦੀਆਂ, ਦਸਤ ਆਦਿਕ ਲੱਗਦੇ ਹੈ, ਜਿਸ ਕਰਕੇ ਬਹੁਤੇ ਹੀ ਦੁੱਖ ਦੇ ਸਹਿਤ ਹੋ ਕੇ ਪ੍ਰਾਣੀ ਚੜ੍ਹਾਈ ਕਰਦੇ। ਉੱਚੇ ਚੜ੍ਹਿਓ ਸ਼ਾਹੋ ਸੁਨ ਸ਼੍ਰੋਨ। ਤੇ ਇੱਕ ਦਿਨ ਔਰੰਗਜ਼ੇਬ ਬਾਦਸ਼ਾਹ ਉੱਚੇ ਮਕਾਨ ਦੀ ਛੱਤ ਤੇ ਚੜ੍ਹ ਕਰਕੇ ਜਾਣ ਰਿਹਾ ਹੈ। ਉਸ ਨੂੰ ਪਤਾ ਲੱਗਿਆ ਹੈ, ਬਹੁਤੀ ਆਵਾਜ਼ ਉਸਦੇ ਕੰਨੀ ਸੁਣਾਈ ਦਿੰਦੀ ਹੈ ਰੋਣ ਦੀ। ਪੀਟਤ ਰੋਦਤ ਜਿਤ ਕਿਤ ਭਾਉਨ। ਜਿੱਥੇ ਕਿਤੇ ਵੀ ਉਸ ਨੂੰ ਪਤਾ ਲੱਗਾ ਹੈ ਕਿ ਲੋਕੀ ਘਰਾਂ ਦੇ ਵਿੱਚ ਜਿਹੜੇ ਪ੍ਰਾਣੀ ਚੜ੍ਹਾਈ ਕੀਤੇ ਆ ਉਹਨਾਂ ਦੇ ਸੰਬੰਧੀ ਰੋ ਰਹੇ ਹਨ। ਤਿਸ ਛਿਨ ਚਿਤ ਮਹਿ ਇਮ ਫੁਰ ਆਈ। ਲੋਕਾਂ ਨੂੰ ਰੋਂਦਿਆਂ ਪਿੱਟਦਿਆਂ ਉਹਨਾਂ ਦੀਆਂ ਆਵਾਜ਼ਾਂ ਰੋਣ ਦੀਆਂ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਦੇ ਮਨ ਦੇ ਵਿੱਚ ਇਹ ਗੱਲ ਸੁੱਝੀ ਹੈ। ਸਤਿਗੁਰ ਸੁਤ ਸੋਂ ਕਹੋਂ ਬੁਲਾਈ। ਇਸ ਨੇ ਸੋਚਿਆ ਹੈ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਆਪਣੇ ਪਾਸ ਸੱਦ ਕੇ ਬੇਨਤੀ ਕਰਾਂ। ਸੋ ਇਹ ਤਰਾਸ ਮਿਟਾਵਨ ਜੋਗ। ਤੇ ਇਹ ਜਿਹੜਾ ਬਿਮਾਰੀ ਦਾ ਭਿਆਨਕ ਡਰ ਹੈ, ਇਸ ਨੂੰ ਦੂਰ ਕਰਨ ਦੀ ਸਮਰੱਥਾ ਰੱਖਣ ਵਾਲੇ ਉਹ ਹਨ ਜਿਸ ਤੇ ਬਚਹਿ ਪੁਰੀ ਕੇ ਲੋਗ। ਤੇ ਉਹ ਕਿਰਪਾ ਕਰਨਗੇ, ਉਹ ਐਸਾ ਬਚਨ ਕਰਨਗੇ, ਜੋ ਬਿਮਾਰੀ ਲੋਕਾਂ ਨੂੰ ਲੱਗ ਰਹੀ ਹੈ ਇਸ ਤੇ ਕਾਬੂ ਉਹ ਪਾਉਣਗੇ, ਐਸਾ ਯਤਨ ਪ੍ਰਗਟ ਹੀ ਕਰ ਦੇਣਗੇ। ਆਏ ਸਭਾ ਮਹਿ ਬੈਠਿਓ ਸ਼ਾਹੂ। ਜਿਸ ਕਰਕੇ ਲੋਕਾਂ ਦਾ ਬਚਾਅ ਹੋ ਜਾਵੇਗਾ। ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਬਾਬਾ ਰਾਮ ਰਾਏ ਜੀ ਨੂੰ ਆਪਣੇ ਪਾਸ ਸੱਦਿਆ ਹੈ ਤਾਂ ਫਿਰ ਸਭਾ ਵਿੱਚ ਆ ਕੇ ਬਾਬਾ ਜੀ ਬੈਠੇ ਹਨ। ਗੁਰ ਸੁਤ ਕੋ ਬੁਲਵਾਇਓ ਪਾਹੂ। ਸੋ ਸਭਾ ਦੇ ਵਿੱਚ ਆਪ ਪਹੁੰਚ ਕਰਕੇ ਆਪਣੇ ਪਾਸ ਔਰੰਗਜ਼ੇਬ ਨੇ ਗੁਰੂ ਕੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਬੁਲਾ ਲਿਆ। ਦੀਨ ਰੀਤ ਸੋਂ ਗਿਰਾ ਬਖਾਨੀ। ਤੇ ਗਰੀਬਾਂ ਵਾਲੀ ਰੀਤੀ ਨਾਲ, ਗਰੀਬੀ ਧਾਰਨ ਕਰਕੇ ਜਿਵੇਂ ਕੋਈ ਬੇਨਤੀ ਕਰਦਾ ਹੈ, ਗਰੀਬੀ ਦੇ ਸਹਿਤ, ਨਿਮਰਤਾ ਦੇ ਸਹਿਤ ਜਿਵੇਂ ਕੋਈ ਬੇਨਤੀ ਕਰਦਾ ਹੈ, ਹੁਕਮ ਕਰਨ ਵਾਲੇ ਸੁਭਾਅ ਨਾਲ ਨਹੀਂ। ਜਿਵੇਂ ਕੋਈ ਵੱਡਾ ਆਪਣੇ ਆਪ ਨੂੰ ਸਮਝਣ ਵਾਲਾ ਹੁਕਮ ਕਰਨ ਦੇ ਤਰੀਕੇ ਨਾਲ ਬੋਲਦਾ ਹੈ ਕਿ ਆਹ ਮੇਰਾ ਹੁਕਮ ਹੈ, ਇਸ ਪ੍ਰਕਾਰ ਦੇ ਨਾਲ ਜਦੋਂ ਕਿਹਾ ਜਾਵੇ ਤਾਂ ਫਿਰ ਮੰਨਣ ਵਾਲੇ ਦੀ ਵੀ ਮਰਜ਼ੀ ਹੁੰਦੀ ਹੈ ਕਿ ਉਸਨੇ ਮੰਨਣਾ ਹੈ ਕਿ ਨਹੀਂ। ਜਦੋਂ ਹੁਕਮ ਚਲਾਇਆ ਜਾ ਰਿਹਾ ਹੈ, ਹੁਕਮ ਮੰਨਿਆ ਜਾਂਦਾ ਹੈ ਕਿ ਨਹੀਂ। ਪਰ ਸੋ ਇਸ ਨੇ ਜੋ ਵੱਡਾ ਜਾਣ ਕਰਕੇ, ਜਿਸ ਨੂੰ ਵੱਡਾ ਜਾਣਿਆ ਜਾਵੇ, ਉਸ ਦੇ ਪਾਸ ਬੇਨਤੀ ਕੀਤੀ ਜਾਂਦੀ ਹੈ।
ਤੇ ਹੁਕਮ ਤਾਂ ਜੋ ਬਹੁਤ ਛੋਟਾ ਮੰਨਿਆ ਜਾਂਦਾ ਹੈ ਉਸ ਨੂੰ ਕੀਤਾ ਜਾਂਦਾ ਹੈ। ਪਰ ਇਸੇ ਪ੍ਰਕਾਰ ਸੋ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ, ਜੋ ਜਾਣਿਆ ਮਨ ਵਿੱਚ ਵਿਚਾਰਿਆ ਕਿ ਹੁਣ ਤਾਂ ਨਿਮਰਤਾ ਸਹਿਤ ਹੀ ਬੇਨਤੀ ਕਰਨੀ ਚਾਹੀਦੀ ਹੈ ਇਹਨਾਂ ਦੇ ਪਾਸ, ਕਿਉਂਕਿ ਬਿਮਾਰੀ ਦਾ ਭਿਆਨਕ ਡਰ ਜੋ ਖੌਫ ਹੈ ਔਰ ਬਿਮਾਰੀ ਨੂੰ ਦੂਰ ਕਰਾਉਣਾ ਹੈ, ਇਸ ਲਈ ਇਹਨਾਂ ਨੂੰ ਬੇਨਤੀ ਕਰਾਂ। ਬੜੀ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ। ਭਰੀ ਪੁਰੀ ਮਹਿ ਮਰੀ ਮਹਾਨੀ। ਕਹਿੰਦਾ ਹੈ ਕਿ ਗੁਰੂ ਕੇ ਸਪੁੱਤਰ ਜੀ, ਦਿੱਲੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਭਿਆਨਕ ਜੋ ਬਿਮਾਰੀ ਪਈ ਹੋਈ ਹੈ, ਇਸ ਕੋ ਯਤਨ ਤੁਮਾਰੇ ਯਾਦ। ਆ ਜੋ ਮਰੀ ਦੀ ਬਿਮਾਰੀ ਹੈ, ਜਿਸ ਵਿੱਚ ਜਿਸ ਬਿਮਾਰੀ ਦਾ ਇਹ ਜੋ ਹਾਲ ਹੈ ਕਿ ਇਸ ਬਿਮਾਰੀ ਵਾਲੇ ਨੂੰ ਦਸਤ, ਉਲਟੀਆਂ ਆਦਿਕ ਬਹੁਤ ਲੱਗ ਜਾਂਦੀ ਹੈ, ਬਹੁਤ ਬੁਰਾ ਹਾਲ ਹੋ ਰਿਹਾ ਹੈ। ਇਸ ਵਾਸਤੇ ਯਤਨ ਕੋਈ ਕਰੋ ਤੁਸੀਂ। ਜੇਕਰ ਕਰਹੁ ਹੋਏ ਅਹਿਲਾਦ। ਤੇ ਜੇਕਰ ਤੁਸੀਂ ਯਤਨ ਕਰੋਗੇ ਤਾਂ ਫਿਰ ਹੀ ਆਨੰਦ ਹੋ ਸਕੇਗਾ, ਲੋਕਾਂ ਨੂੰ ਤਾਂ ਹੀ ਦੁੱਖ ਤੋਂ ਛੁਟਕਾਰਾ ਮਿਲੇਗਾ। ਮਾਨਵ ਮਰੇ ਹਜ਼ਾਰਹੁ ਅਬੈ। ਕਿਉਂਕਿ ਹੁਣ ਤਾਂ ਹਜ਼ਾਰਾਂ ਹੀ ਹੁਣ ਤੱਕ ਮਾਨਵ ਮਨੁੱਖ ਜਿਹੜੇ ਲੋਕ ਮਰ ਗਏ ਹਨ, ਤਰਾਸ ਕਰਤ ਜੇ ਜੀਵਤ ਸਬੈ। ਤੇ ਜਿਹੜੇ ਜਿਉਂਦੇ ਐ ਤੇ ਉਹ ਵੀ ਬਹੁਤ ਜ਼ਿਆਦਾ ਡਰੀ ਹੀ ਜਾ ਰਹੇ ਹਨ। ਸਭ ਹਿਨ ਪਰ ਤੁਮਰੋ ਉਪਕਾਰ। ਤੇ ਤੁਸੀਂ ਕਿਰਪਾ ਕਰੋ, ਤੁਹਾਡਾ ਜਿਹੜਾ ਉਪਕਾਰ ਹੈ ਸਭਨਾਂ ਦੇ ਉੱਪਰ ਹੋ ਜਾਵੇਗਾ, ਜੇਕਰ ਤੁਸੀਂ ਬਿਮਾਰੀ 'ਤੇ ਕਾਬੂ ਪਾ ਦਿਓ। ਜੇ ਅਬ ਇਹੋ ਸੰਕਟ ਦੇਹੋ ਟਾਰ। ਇਹ ਜਿਹੜਾ ਸੰਕਟ ਆਣ ਪਿਆ ਹੈ ਬਹੁਤ ਸਾਰੇ ਸਭ ਲੋਕਾਂ ਦੇ ਉੱਪਰ, ਇਹ ਤੁਸੀਂ ਟਾਲ ਦਿਓਗੇ ਤਾਂ ਸੁਖ ਹੋਵੇਗਾ। ਜੇ ਔਖਦ ਕੋ ਹੋਏ ਬਤਾਵੋ। ਮਹਾਨ ਪਰ ਉਪਕਾਰ ਤੁਹਾਡਾ ਸੰਸਾਰ ਵਿੱਚ ਜਾਣਿਆ ਜਾਏਗਾ। ਤੇ ਜੇ ਕੋਈ ਔਖਦੀ ਹੈ, ਕੋਈ ਦਵਾਈ ਹੀ ਹੈ, ਇਸ ਵਾਸਤੇ ਤੁਹਾਨੂੰ ਪਤਾ ਹੈ ਕਿ ਇਸ ਦਵਾਈ ਨਾਲ ਇਲਾਜ ਹੋ ਸਕਦਾ ਹੈ, ਤਾਂ ਉਹ ਵੀ ਤੁਸੀਂ ਦੱਸ ਦਿਓ। ਅਪਰ ਉਪਾਏ ਤਾਂ ਸੋ ਸਮਝਾਵੋ। ਅਪਰ ਉਪਾਏ ਤਾਂ ਸੋ ਸਮਝਾਵੋ। ਜੇ ਕੋਈ ਹੋਰ ਯਤਨ ਹੈ ਇਸ ਵਾਸਤੇ ਜੋ ਕਿਸੇ ਔਸ਼ਧੀ ਦਵਾਈ ਤੋਂ ਬਗੈਰ ਹੀ ਇਲਾਜ ਹੋ ਸਕਦਾ ਹੈ, ਤਾਂ ਉਹ ਯਤਨ ਵੀ ਦੱਸ ਦਿਓ। ਸੁਨ ਸ਼੍ਰੀ ਰਾਮ ਰਾਏ ਨੇ ਕਹਿਓ। ਤੇ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਸੁਣ ਕੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਬਚਨ ਕਹਿਣ ਲੱਗੇ ਹਨ। ਜੇ ਮ੍ਰਿਤ ਕੋ ਦੁਖ ਸਭ ਨੇ ਲਹਿਓ। ਕਿ ਜਿਹੜਾ ਜੇਕਰ ਮੌਤ ਦਾ ਜੋ ਦੁੱਖ ਹੈ ਸਭਨਾਂ ਨੇ ਹੀ ਹੁਣ ਪ੍ਰਾਪਤ ਕੀਤਾ ਹੈ, ਤਿਸ ਕੋ ਅਬ ਉਪਾਏ ਕਹਿੰਦੇ ਹੈ। ਤੇ ਇਸ ਦਾ ਜੋ ਯਤਨ ਹੈ ਇਸ ਵਾਸਤੇ ਮਰਨ ਤੋਂ ਛੁਟਕਾਰੇ ਦਾ, ਇਸ ਬਿਮਾਰੀ ਤੋਂ, ਬਿਮਾਰੀ ਦੇ ਕਾਰਨ ਜੋ ਮਰਨਾ ਹੋ ਰਿਹਾ ਹੈ, ਇਸ ਬਿਮਾਰੀ ਤੋਂ ਜਿਸ ਕਰਕੇ ਛੁਟਕਾਰਾ ਹੋ ਜਾਵੇ, ਖਲਾਸੀ ਮਿਲ ਜਾਵੇ, ਉਹ ਯਤਨ ਦੱਸ ਦਿੰਦੇ ਹਾਂ। ਹਮਰੋ ਚਰਨ ਧੋਏ ਕਰ ਲੇ ਹੈ। ਤੇ ਸਾਡਾ ਇਹ ਚਰਨ ਧੋ ਕਰਕੇ ਜਲ ਉਸ ਜੋ ਚਰਨ ਧੋਣ ਦਾ ਚਰਨਾਮ੍ਰਿਤ ਹੈ ਪ੍ਰਾਪਤ ਕਰਨਗੇ। ਜਿਸ ਕੇ ਬਮਨ ਦਸਤ ਹੋਏ ਜਾਵੇ। ਤੇ ਇਹ ਜੋ ਚਰਨਾਮ੍ਰਿਤ ਹੈ, ਚਰਨਾਂ ਦਾ ਜਲ ਹੈ, ਪ੍ਰਾਪਤ ਕਰ ਲੈਣਗੇ। ਜਿਸ ਨੂੰ ਵੀ ਬਮਨ, ਉਲਟੀਆਂ ਆਦਿਕ ਆਉਂਦੀ ਹੈ, ਦਸਤ ਆਦਿਕ ਆਉਂਦੇ ਹਨ, ਤਿਸ ਕੇ ਬਦਨ ਬੇਰ ਇੱਕ ਪਾਵੈ। ਤੇ ਇੱਕ ਵਾਰ ਜੇਕਰ ਉਸ ਦੇ ਮੁਖ ਵਿੱਚ ਇਹ ਸਾਡੇ ਚਰਨਾਂ ਦਾ ਜਲ ਪੈ ਜਾਵੇ, ਜੀਅਤ ਰਹਿ ਸੋ ਮਰੈ ਨਾ ਤਬੈ। ਤਾਂ ਫਿਰ ਜਿਸ ਨੂੰ ਇਹ ਬਿਮਾਰੀ ਲੱਗੀ ਹੈ ਉਹ ਬਿਮਾਰੀ ਦੇ ਕਾਰਨ ਮਰੇਗਾ ਨਹੀਂ, ਜਿਉਂਦਾ ਹੀ ਰਹੇਗਾ। ਇਸ ਵਿਧ ਸੰਕਟ ਹਤ ਹੋਏ ਸਬੈ। ਤੇ ਇਸ ਪ੍ਰਕਾਰ ਜਿਹੜਾ ਭਿਆਨਕ ਸੰਕਟ, ਇਹ ਦੁੱਖ ਹੈ, ਸਭ ਨਾਸ ਹੁੰਦਾ ਜਾਵੇਗਾ। ਸੁਨਤ ਸ਼ਾਹੋ ਨੇ ਮੋਦ ਉਪਾਵਾ। ਤੇ ਇਹ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਬਹੁਤ ਖੁਸ਼ੀ ਹੋਈ। ਸਕਲ ਸਭਾ ਮਹਿ ਭਾਖ ਸੁਨਾਵਾ। ਤੇ ਇਸ ਨੇ ਆਪਣੀ ਸਭਾ ਵਿੱਚ ਬੈਠੇ ਹੋਏ ਜਿੰਨੇ ਵੀ ਲੋਕ ਹਨ, ਕਾਜੀ, ਮੁੱਲਾ, ਉਲਮਾ, ਵਿਦਵਾਨ ਆਦਿਕ ਅਹਿਲਕਾਰ, ਸਭਨਾਂ ਨੂੰ ਕਹਿ ਕੇ ਬੋਲ ਸੁਣਾਏ। ਡਿੰਡਮ ਫੇਰ ਦੇਹੋ ਪੁਰ ਸਾਰੇ। ਉਹਨਾਂ ਨੂੰ ਆਖਿਆ ਹੈ ਬਾਦਸ਼ਾਹ ਨੇ ਕਿ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਤੁਸੀਂ ਢੰਡੋਰਾ ਹੀ ਫੇਰਦੇ ਹੋ। ਹੋਏ ਜੋ ਦੁਖੀ ਸੋ ਚਰਨ ਪਖਾਰੇ। ਜਿਹੜਾ ਵੀ ਕੋਈ ਦੁਖੀ ਹੋਵੇ ਉਹ ਬਾਬਾ ਰਾਮ ਰਾਏ ਜੀ ਦੇ ਚਰਨ ਧੋ ਕੇ ਪੀ ਲਵੇ। ਤਬ ਹੈ ਸਭਾ ਮਹਿ ਇੱਕ ਦੋਏ ਕਹਿਓ। ਤਾਂ ਫਿਰ ਇਸ ਪ੍ਰਕਾਰ ਜਦੋਂ ਬਚਨ ਆਖਿਆ ਹੈ ਤਾਂ ਇਹ ਸੁਣ ਕੇ ਸਭਾ ਦੇ ਵਿੱਚ ਇੱਕ ਦੋ ਮਨੁੱਖ ਆਪਣਾ ਦੁੱਖ ਦੱਸਣ ਲੱਗੇ।
ਹਮਰੇ ਸਦਨ ਅਬਹਿ ਦੁਖ ਲਹਿਓ। ਕਹਿੰਦੇ ਕਿ ਸਾਡੇ ਘਰ ਦੇ ਵਿੱਚ ਤਾਂ ਹੁਣ ਹੀ ਇਹ ਦੁੱਖ ਆਣ ਮਿਲਿਆ ਹੈ। ਚਰਨ ਪਖਾਰੇ ਤਤ ਛਿਨ ਤਾਹੂ। ਤੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਦੱਸਿਆ ਏ ਤੇ ਫਿਰ ਛੇਤੀ ਉਹਨਾਂ ਨੇ ਬਾਬਾ ਰਾਮ ਰਾਏ ਜੀ ਦੇ ਚਰਨ ਧੋਤੇ ਹਨ। ਪਾਇਓ ਸ਼ੀਘਰ ਦੁਖੀ ਮੁਖ ਮਾਹੂ। ਚਰਨਾਂ ਦਾ ਧੋਣ ਜੋ ਜਲ ਹੈ ਉਹ ਲਿਜਾ ਕੇ ਛੇਤੀ ਆਪਣੇ ਉਹਨਾਂ ਦੇ ਜੋ ਘਰ ਦੇ ਸੰਬੰਧੀ ਹਨ ਉਹਨਾਂ ਦੇ ਮੁਖ ਵਿੱਚ ਪਾਇਆ। ਤੁਰਤ ਕਸ਼ਟ ਕੋ ਦੂਰ ਬਿਦਾਰਾ। ਤੇ ਛੇਤੀ ਹੀ ਆਪਣੇ ਸੰਬੰਧੀਆਂ ਦੇ ਉਸ ਮਰੀ ਦੇ ਭਿਆਨਕ ਦੁੱਖ ਨੂੰ ਉਹਨਾਂ ਨੇ ਦੂਰ ਕਰ ਲਿਆ। ਆਏ ਸ਼ਾਹੇ ਟਿਗ ਤਿਨਹਿ ਉਚਾਰਾ। ਤੇ ਫਿਰ ਉਹਨਾਂ ਨੂੰ ਜਦੋਂ ਸੰਬੰਧੀਆਂ ਨੂੰ ਆਰਾਮ ਮਿਲ ਗਿਆ ਹੈ, ਬਿਮਾਰੀ ਤੋਂ ਛੁੱਟ ਗਏ ਹਨ, ਉਹਨਾਂ ਨੇ ਆਣ ਕੇ ਸਭਾ ਦੇ ਵਿੱਚ ਔਰੰਗਜ਼ੇਬ ਕੋਲ ਦੱਸਿਆ। ਚਰਨਾਮ੍ਰਿਤ ਜਬ ਪਾਵਨ ਕਰਿਓ। ਉਹ ਦੱਸਦੇ ਹਨ ਜਦੋਂ ਅਸੀਂ ਚਰਨਾਮ੍ਰਿਤ ਬਾਬਾ ਰਾਮ ਰਾਏ ਜੀ ਦੇ ਚਰਨਾਂ ਦਾ ਲਿਜਾ ਕੇ ਆਪਣੇ ਸੰਬੰਧੀਆਂ ਦੇ ਮੂੰਹ ਵਿੱਚ ਪਾਇਆ ਹੈ, ਸਕਲ ਕਸ਼ਟ ਤਾਤ ਛਿਨ ਪਰ ਹਰਿਓ। ਤੇ ਸਾਰਾ ਹੀ ਦੁੱਖ ਜਿਹੜਾ ਏ ਉਸੇ ਵਕਤ ਹੀ ਉਹਨਾਂ ਦਾ ਦੂਰ ਹੋਇਆ। ਤਬ ਜੇ ਦੁਰਗ ਬਿਖੈ ਦੁਖ ਭਇਓ। ਤੇ ਇਸ ਪ੍ਰਕਾਰ ਜਦੋਂ ਪਤਾ ਲੱਗ ਗਿਆ ਏ, ਜਿਹੜੇ ਕਿਲੇ ਦੇ ਵਿੱਚ ਨੇ ਲੋਕ ਔਰੰਗਜ਼ੇਬ ਬਾਦਸ਼ਾਹ ਦੇ ਆਸ-ਪਾਸ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਕੋਈ ਦੁੱਖ ਇਹ ਮਰੀ ਦੀ ਬਿਮਾਰੀ ਦਾ ਹੋਇਆ, ਤਤਕਾਲ ਚਰਨਾਮ੍ਰਿਤ ਦਇਓ। ਤੇ ਛੇਤੀ ਉਹਨਾਂ ਨੇ ਵੀ ਚਰਨਾਮ੍ਰਿਤ ਬਾਬਾ ਰਾਮ ਰਾਏ ਜੀ ਦੇ ਚਰਨਾਂ ਦਾ ਪ੍ਰਾਪਤ ਕੀਤਾ। ਸੰਕਟ ਨਸਿਓ ਭਇਓ ਨਹਿ ਫੇਰ। ਜਿਹੜੇ ਬਿਮਾਰੀ ਦੀ ਹਾਲਤ ਵਿੱਚ ਵੇਖੇ ਹੈ ਉਹਨਾਂ ਨੂੰ ਚਰਨਾਮ੍ਰਿਤ ਛਕਾਇਆ ਹੈ ਤੇ ਫਿਰ ਉਹਨਾਂ ਦੇ ਸਰੀਰਾਂ ਦਾ ਦੁੱਖ ਮਰੀ ਦੀ ਬਿਮਾਰੀ ਦਾ ਦੂਰ ਹੋ ਗਿਆ ਹੈ। ਦੁਬਾਰਾ ਉਹਨਾਂ ਨੂੰ ਇਹ ਦੁੱਖ ਨਹੀਂ ਲੱਗਾ। ਸੁਨ ਸੁਨ ਨਰ ਆਏ ਸਚ ਹੇਰ। ਤੇ ਜਿਨ੍ਹਾਂ ਨੇ ਵੇਖ ਲਿਆ ਕਿ ਸੱਚਾ ਹੀ ਹੈ ਇਹ ਬਚਨ, ਸੱਚ ਕਰਕੇ ਅਸੀਂ ਜਾਣ ਲਿਆ ਹੈ, ਜਿਹੜੇ ਵੀ ਚਰਨਾਮ੍ਰਿਤ ਛਕਦੇ ਉਹ ਰਾਜੀ ਹੋ ਗਏ ਨੇ। ਇਸ ਲਈ ਸੁਣ ਕਰਕੇ ਜਿਹੜੇ ਬਿਮਾਰ ਲੋਕਾਂ ਦੇ ਸੰਬੰਧੀ ਹਨ ਆਏ ਨੇ ਬਾਬਾ ਜੀ ਦੇ ਪਾਸ। ਸਤਿਗੁਰ ਸੁਤ ਗਮਨਿਓ ਤਬ ਡੇਰੇ। ਤਾਂ ਫਿਰ ਇਸ ਪ੍ਰਕਾਰ ਉਹਨਾਂ ਨੇ ਜਲ ਲਿਜਾਇਆ ਤੇ ਉਹਨਾਂ ਨੂੰ ਛਕਾਇਆ। ਤੇ ਔਰੰਗਜ਼ੇਬ ਦੀ ਸਭਾ ਦੇ ਵਿੱਚੋਂ ਉੱਠ ਕੇ ਬਾਬਾ ਰਾਮ ਰਾਏ ਜੀ ਆਪਣੇ ਡੇਰੇ ਵਿਖੇ ਪਹੁੰਚ ਗਏ ਹਨ। ਧਾਏ ਧਾਏ ਨਰ ਆਏ ਕਨੇਰੇ। ਤੇ ਡੇਰੇ ਵਿੱਚ ਜਾਣ ਦੀ ਦੇਰ ਹੋਈ ਹੈ, ਬਹੁਤ ਸਾਰੇ ਲੋਕ ਛੇਤੀ ਹੀ ਚੱਲ ਕੇ ਪਾਸ ਪਹੁੰਚੇ। ਚਰਨ ਪਖਾਰਹਿ ਲੈ ਲੈ ਜਾਹੇ। ਗੁਰੂ ਕਿਸ ਪੁੱਤਰ ਦੇ ਚਰਨਾਂ ਨੂੰ ਧੋ ਕੇ ਉਹ ਚਰਨਾਮ੍ਰਿਤ ਜਲ ਲੈ ਕੇ ਜਾਂਦੇ ਹਨ। ਦੁਖੀਨ ਕੇ ਪਾਵਤ ਮੁਖ ਮਾਹੇ। ਤੇ ਆਪਣੇ ਦੁਖੀ ਸੰਬੰਧੀਆਂ ਦੇ ਮੂੰਹਾਂ ਦੇ ਵਿੱਚ ਉਹ ਜਲ ਲਿਜਾ ਕੇ ਛਕਾਉਂਦੇ ਨੇ। ਤਤ ਛਿਨ ਸੰਕਟ ਸਕਲ ਨਸਾਵੈ। ਜਿਸ ਕਰਕੇ ਛੇਤੀ ਹੀ ਉਹਨਾਂ ਦੇ ਸਰੀਰਾਂ ਦਾ ਬਿਮਾਰੀ ਦਾ ਜੋ ਸੰਕਟ ਦੁੱਖ ਦੂਰ ਹੁੰਦਾ ਹੈ। ਬਹੁ ਸ਼੍ਰੀ ਰਾਮ ਰਾਏ ਜਸ ਗਾਵੈ। ਤੇ ਬਹੁਤਾ ਜਸ ਫਿਰ ਗਾ ਕੇ ਸੁਣਾਉਂਦੇ। ਹੋਰਨਾਂ ਨੂੰ ਵੀ ਬਾਬਾ ਰਾਮ ਰਾਏ ਜੀ ਦੀ ਇਹ ਵਡਿਆਈ ਦੱਸਦੇ ਹਨ। ਸੰਬੰਧੀ ਜੇ ਮਰੇ ਨਰਨ ਕੇ। ਤੇ ਜਿਨ੍ਹਾਂ ਲੋਕਾਂ ਦੇ ਆਪਣੇ ਘਰ ਦੇ ਜੀ ਸੰਬੰਧੀ ਮਰ ਗਏ ਹਨ ਇਸ ਬਿਮਾਰੀ ਕਰਕੇ, ਪਛਤਾਵਹਿ ਗੁਣ ਸਿਮਰ ਮਰਨ ਕੇ। ਉਹ ਮਰਨ ਵਾਲਿਆਂ ਦੇ ਗੁਣ ਚੇਤੇ ਕਰਕੇ ਪਛਤਾਉਂਦੇ ਹੈ। ਤੇ ਬਾਬਾ ਰਾਮ ਰਾਏ ਜੀ ਦੇ ਚਰਨਾਮ੍ਰਿਤ ਛਕਣ ਦਾ ਜੋ ਗੁਣ ਹੈ, ਲਾਭ ਹੈ, ਇਸ ਨੂੰ ਵੀ ਯਾਦ ਕਰਕੇ ਉਹ ਪਛਤਾਤਾਪ ਕਰਦੇ ਨੇ। ਕਿਤੇ ਜੇਕਰ ਪਹਿਲਾਂ ਇਹ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬਾਬਾ ਜੀ ਦੇ ਚਰਨਾਂ ਦਾ ਜਲ ਛਕ ਕੇ ਰਾਜੀ ਹੋ ਸਕਦਾ ਹੈ ਕੋਈ, ਤਾਂ ਅਸੀਂ ਛਕਾ ਦਿੰਦੇ, ਉਹ ਵੀ ਸੰਬੰਧੀ ਸਾਡਾ ਬਚ ਜਾਂਦਾ। ਹਮਨੇ ਨਹਿ ਚਰਨਾਮ੍ਰਿਤ ਦਏ। ਇਸ ਤਰ੍ਹਾਂ ਕਹਿੰਦੇ ਕਿ ਅਸੀਂ ਆਪਣੇ ਸੰਬੰਧੀ ਨੂੰ ਚਰਨਾਮ੍ਰਿਤ ਬਾਬਾ ਜੀ ਦੇ ਚਰਨਾਂ ਦਾ ਨਹੀਂ ਛਕਾ ਸਕੇ ਹਾਂ। ਬਚਤ ਮਰਨ ਤੇ ਦੁੱਖ ਕਹੋ ਹੈ। ਤਾਂ ਫਿਰ ਦੁੱਖ ਨਾਸ ਹੋ ਜਾਂਦਾ, ਜੇ ਛਕਾ ਦਿੰਦੇ ਤਾਂ ਮਰਨ ਤੋਂ ਸੰਬੰਧੀ ਬਚ ਜਾਂਦੇ। ਸਕਲ ਪੁਰੀ ਮਹਿ ਮਾਚਿਓ ਰੌਰਾ। ਤੇ ਸਾਰੇ ਨਗਰ ਦਿੱਲੀ ਸ਼ਹਿਰ ਦੇ ਵਿੱਚ ਹੀ ਇਹ ਰੌਲਾ ਮਚਿਆ ਹੋਇਆ। ਜਿਹੜੇ ਲੋਕ ਭੈ ਭੀਤ ਹਨ ਉਹ ਦੁਖੀ ਆਪਣਾ ਦੁੱਖ ਦੱਸਦੇ ਨੇ, ਜਿਹੜੇ ਦੱਸਣ ਵਾਲੇ ਹਨ ਉਹਨਾਂ ਨੂੰ ਇਲਾਜ ਇਹ ਦੱਸਦੇ ਹੈ ਕਿ ਬਾਬਾ ਰਾਮ ਰਾਏ ਜੀ ਦੇ ਚਰਨਾਂ ਦਾ ਚਰਨਾਮ੍ਰਿਤ ਛਕਾਇਆ ਜਾਵੇ ਤਾਂ ਠੀਕ ਹੋ ਸਕਣਗੇ। ਦੌੜ ਦੌੜ ਆਵਤ ਤਿਸ ਠੌਰਾ। ਤੇ ਦੌੜ ਕੇ ਉਸ ਥਾਂ ਤੇ ਬਾਬਾ ਜੀ ਦੇ ਡੇਰੇ ਵਿੱਚ ਲੋਕ ਪਹੁੰਚਦੇ। ਹਿੰਦੂ ਤੁਰਕ ਰੰਕ ਕੈ ਰਾਊ। ਭਾਵੇਂ ਕੋਈ ਹਿੰਦੂ ਮਤ ਨਾਲ ਸੰਬੰਧ ਰੱਖਣ ਵਾਲਾ ਹੈ
ਜਾਂ ਕੋਈ ਇਸਲਾਮ ਮਤ ਨਾਲ ਸੰਬੰਧ ਰੱਖਣ ਵਾਲਾ ਮੁਸਲਮਾਨ ਹੈ, ਜਾਂ ਕੋਈ ਰਾਜਾ ਮਹਾਰਾਜਾ ਵਜ਼ੀਰ ਅਹਿਲਕਾਰ ਹਾਕਮ ਕਿਹਾ ਜਾਂਦਾ ਹੈ, ਜਾਂ ਕੋਈ ਗਰੀਬ ਆਖਿਆ ਜਾਂਦਾ ਹੈ, ਭਏ ਪ੍ਰਸੰਨ ਬਿਲੋਕ ਪ੍ਰਭਾਊ। ਤੇ ਉਹ ਸਭ ਲੋਕ ਐਸਾ ਪ੍ਰਤਾਪ ਬਾਬਾ ਰਾਮ ਰਾਏ ਜੀ ਦੇ ਚਰਨਾਂ ਦਾ ਵੇਖ ਕੇ ਬਹੁਤ ਖੁਸ਼ ਹੋਏ ਹਨ। ਪੰਡਿਤ ਮੂਡ ਆਏ ਕਰ ਪਾਸ। ਤੇ ਜਿਹੜੇ ਪੰਡਿਤ ਲੋਕ ਹੈ, ਆਪਣੇ ਆਪ ਨੂੰ ਵਿਦਵਾਨ ਮੰਨਣ ਵਾਲੇ, ਉਹ ਵੀ ਬਾਬਾ ਜੀ ਦੇ ਪਾਸ ਆਏ ਚੱਲ ਕੇ, ਤੇ ਜਿਹੜੇ ਮੂਰਖ ਕਹੇ ਜਾਣ ਵਾਲੇ ਉਹ ਵੀ ਆਏ ਹਨ। ਚਰਨਾਮ੍ਰਿਤ ਲੈ ਜੀਵਨ ਆਸ। ਤੇ ਚਰਨਾਮ੍ਰਿਤ ਪ੍ਰਾਪਤ ਕਰਕੇ ਉਹਨਾਂ ਨੂੰ ਵੀ ਆਪਣੇ ਸੰਬੰਧੀਆਂ ਦੇ ਜਿਉਣ ਦੀ ਬਚਣ ਦੀ ਆਸ ਹੋ ਗਈ। ਸਗਲੀ ਪੁਰੀ ਮਰੀ ਜੋ ਪਰੀ। ਤੇ ਜੋ ਪੁਰੀ ਦੇ ਵਿੱਚ, ਨਗਰੀ ਦੇ ਵਿੱਚ ਐਸੀ ਭਿਆਨਕ ਬਿਮਾਰੀ ਮਰੀ ਦੀ ਹੈਜੇ ਆਦਿਕ ਦੀ ਜਿਹੜੀ ਪਈ ਫੈਲੀ ਹੈ, ਅਤ ਦੁਖ ਕਰੀ ਸੋ ਤਤ ਛਿਨ ਹਰੀ। ਇਸ ਬਿਮਾਰੀ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਦੁਖੀ ਕਰ ਦਿੱਤਾ ਸੀ। ਛੇਤੀ ਹੀ ਇਸ ਬਿਮਾਰੀ ਨੂੰ ਖਤਮ ਕੀਤਾ ਹੈ। ਜਦੋਂ ਬਾਬਾ ਰਾਮ ਰਾਏ ਜੀ ਦਾ ਚਰਨਾਂ ਦਾ ਜੋ ਜਲ ਹੈ ਵਰਤਿਆ ਜਾਣ ਲੱਗਾ, ਸਕਲ ਲੋਕ ਚਰਨਾਮ੍ਰਿਤ ਲੇਤ। ਬਹੁਤ ਸਾਰੇ ਲੋਕ ਇਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਬਿਮਾਰੀ ਦੇ ਨਾਲ ਮਰਨ ਤੋਂ ਡਰ ਕੇ ਪਹਿਲਾਂ ਹੀ ਚਰਨਾਮ੍ਰਿਤ ਛਕ ਲੈਂਦੇ। ਸੀਸੇ ਪਾਏ ਸਦਨ ਧਰ ਦੇਤ। ਤੇ ਕਈ ਸ਼ੀਸ਼ੇ ਦੇ ਵਿੱਚ ਪਾ ਕੇ, ਕਿਉਂਕਿ ਸਾਧ ਸੰਗਤ ਪੁਰਾਣੇ ਸਮੇਂ ਦੇ ਵਿੱਚ ਸ਼ੀਸ਼ਾਦਾਨ ਜੋ ਐਸਾ ਬੋਤਲ ਜਿਹਾ, ਜੋ ਸ਼ੀਸ਼ੇ ਦਾ ਹੀ ਬਰਤਨ ਜਿਹਾ ਬਣਾਇਆ ਹੁੰਦਾ ਸੀ, ਜਿਸ ਵਿੱਚ ਪਾ ਕੇ ਰੱਖ ਲਿਆ ਕਰਦੇ ਸਨ। ਐਸੇ ਸ਼ੀਸ਼ੇ ਦੇ ਵਿੱਚ ਹੀ ਪਾ ਕੇ ਆਪਣੇ ਘਰ ਅੰਦਰ ਲੋਕ ਰੱਖ ਲੈਂਦੇ। ਨਿਸ ਆਦਿਕ ਮਹਿ ਜਬ ਹੋਏ ਚਾਹੂ। ਤੇ ਰਾਤ ਦੇ ਸਮੇਂ ਵਿੱਚ ਵੀ ਜੇ ਕੋਈ ਬਿਮਾਰੀ ਦੀ ਹਾਲਤ ਵਿੱਚ ਹੁੰਦਾ, ਜਦੋਂ ਵੀ ਜ਼ਰੂਰਤ ਹੁੰਦੀ ਉਸ ਨੂੰ ਉਹ ਜਲ ਦਿੱਤਾ ਜਾਂਦਾ। ਸ਼ੀਗਰ ਦੇਤ ਦੁਖੀਨ ਮੁਖ ਮਾਹੂ। ਦੁਖੀਆਂ ਦੇ ਮੂੰਹ ਵਿੱਚ ਛੇਤੀ ਹੀ ਉਹ ਜਲ ਪਾ ਦਿੰਦੇ ਹਨ। ਇਸ ਪ੍ਰਕਾਰ ਪੁਰ ਮਰੀ ਹਟਾਈ। ਇਸ ਤਰ੍ਹਾਂ ਦਿੱਲੀ ਸ਼ਹਿਰ ਦੇ ਵਿੱਚੋਂ ਮਰੀ ਦੀ ਭਿਆਨਕ ਬਿਮਾਰੀ ਹੈ ਜੇ ਆਦਿਕ ਦੀ ਜੋ ਦੂਰ ਕੀਤੀ ਗਈ ਹੈ। ਘਰ ਘਰ ਵਿਖੈ ਸ਼ਾਂਤ ਵਰਤਾਈ। ਤੇ ਜਿਸ ਕਰਕੇ ਜਿੱਥੇ ਕਿ ਘਰਾਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਹੀ ਰੋਣ ਦਾ ਚੀਕ ਚਿਹਾੜਾ ਪਿਆ ਹੋਇਆ ਸੀ, ਉੱਥੇ ਸਭ ਥਾਈਂ ਸ਼ਾਂਤੀ ਵਰਤ ਗਈ। ਮਹਿਦ ਪ੍ਰਭਾਵ ਸਭਨ ਤਬ ਜਾਨਾ। ਤੇ ਸਭਨਾ ਲੋਕਾਂ ਨੇ ਬਹੁਤ ਜ਼ਿਆਦਾ ਗੁਰੂ ਕੇ ਸਪੁੱਤਰ ਦਾ ਤੇਜ ਪ੍ਰਤਾਪ ਜਾਣਿਆ ਹੈ। ਸਤਿਗੁਰ ਘਰ ਮਹਿ ਅਦਕ ਮਹਾਨਾ। ਤੇ ਇਸ ਪ੍ਰਕਾਰ ਲੋਕਾਂ ਨੂੰ ਇਹ ਪਤਾ ਲੱਗਿਆ ਹੈ, ਜਿਨ੍ਹਾਂ ਨੂੰ ਨਹੀਂ ਵੀ ਸੀ ਸਮਝ ਗੁਰੂ ਕੀ ਵਡਿਆਈ ਦੀ, ਉਹਨਾਂ ਨੇ ਜਾਣਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਹੀ ਮਹਾਨ ਤੇਜ ਪ੍ਰਤਾਪ ਹੈ। ਕਿਉਂਕਿ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਗੁਰੂ ਕੇ ਸਾਹਿਬਜ਼ਾਦਾ ਹਨ। ਸਤਿਗੁਰਾਂ ਨੇ ਇਹਨਾਂ ਨੂੰ ਬਖਸ਼ਿਸ਼ ਦੇ ਕੇ ਭੇਜਿਆ ਹੈ। ਜੋ ਇੱਛਕ ਸੋਈ ਸੁਖ ਲਹੀਅਤ। ਤੇ ਜਿਹੜੇ ਇੱਛਾ ਕਰਨ ਵਾਲੇ ਹਨ ਉਹਨਾਂ ਨੂੰ ਹੀ ਸੁਖ ਪ੍ਰਾਪਤ ਹੁੰਦਾ ਹੈ। ਜਿਹੜੇ ਸ਼ਰਧਾਵਾਨ ਹੋ ਕਰਕੇ ਸੁਖ ਪ੍ਰਾਪਤ ਕਰਨ ਦੀ ਭਾਵਨਾ ਨਾਲ ਆਉਂਦੇ, ਉਹਨਾਂ ਨੂੰ ਸੁਖ ਮਿਲਦਾ। ਸੰਕਟ ਅਨੇਕ ਪ੍ਰਕਾਰ ਨ ਦਹੀਅਤ। ਤੇ ਅਨੇਕ ਪ੍ਰਕਾਰ ਦੇ ਹੋਰ ਵੀ ਸੰਕਟ ਦੁੱਖ ਉਹਨਾਂ ਦੇ ਸੜ ਜਾਂਦੇ ਹਨ ਭਾਵਨਾ ਵਾਲਿਆਂ ਦੇ। ਘਰ ਘਰ ਸੁਜਸ ਹੋਏ ਅਵਦਾਤ। ਤੇ ਘਰਾਂ ਘਰਾਂ ਦੇ ਵਿੱਚ ਗੁਰੂ ਘਰ ਦਾ, ਗੁਰੂ ਕੇ ਸਪੁੱਤਰ ਦਾ ਸ੍ਰੇਸ਼ਟ ਜਸ ਪ੍ਰਗਟ ਹੋਇਆ। ਮਨਹੁ ਚੰਦਰਿਕਾ ਸੁੰਦਰ ਰਾਤ। ਜਾਣੋ ਕਿ ਜਿਵੇਂ ਰਾਤਰੀ ਦੇ ਸਮੇਂ ਬੜੀ ਸੋਹਣੀ ਚਾਨਣੀ ਜਿਹੜੀ ਹੈ ਉਹ ਪ੍ਰਕਾਸ਼ ਰਹੀ ਹੋਵੇ, ਚਾਂਦਨੀ। ਕੀਰਤ ਮਨਹੁ ਮਰਾਲਨ ਪਾਂਤੀ। ਤੇ ਜਾਂ ਇਸ ਤਰ੍ਹਾਂ ਕਵੀ ਜੀ ਦੱਸਦੇ ਹਨ ਕਿ ਜੋ ਕੀਰਤੀ ਹੈ, ਮਹਿਮਾ ਹੈ ਬਾਬਾ ਰਾਮ ਰਾਏ ਜੀ ਦੀ, ਇਸ ਤਰ੍ਹਾਂ ਦੀ ਹੈ ਜਿਵੇਂ ਕਿ ਹੰਸਾਂ ਦੀ ਕਤਾਰ ਹੋਵੇ, ਹੰਸਾਂ ਦੀ ਹੀ ਪੰਕਤੀ ਹੋਵੇ। ਕਹੈ ਪਰਸ ਪਰ ਸੀਤਲ ਛਾਤੀ। ਤੇ ਜਿਹੜੇ ਆਪਸ ਵਿੱਚ ਬੋਲ ਕੇ ਇੱਕ ਦੂਸਰੇ ਨੂੰ ਬਾਬਾ ਰਾਮ ਰਾਏ ਜੀ ਦੀ ਉਸਤਤ ਸੁਣਾਉਂਦੇ ਹਨ, ਸੁਣਨ ਵਾਲਿਆਂ ਦੇ ਮਨ ਨੂੰ ਸੀਤਲਤਾ, ਠੰਡਕ ਪ੍ਰਾਪਤ ਹੁੰਦੀ ਹਿਰਦੇ ਨੂੰ। ਪੁਨ ਕੇਤਕ ਦਿਨ ਬੀਤ ਗਏ ਹੈ। ਇਸੇ ਪ੍ਰਕਾਰ ਛਾਤੀ ਵਿੱਚ ਸੀਤਲਤਾ ਜਾਣੋ ਕਿ ਆਉਂਦੀ ਹੈ, ਰੋਗਾਂ ਤੋਂ ਰਹਿਤ ਹੁੰਦੇ ਹੈ। ਇਵੇਂ ਹੀ ਬਿਮਾਰੀ ਦਾ ਜਦੋਂ ਖਾਤਮਾ ਕੀਤਾ ਗਿਆ ਹੈ,
ਇਸ ਤਰ੍ਹਾਂ ਦਿੱਲੀ ਸ਼ਹਿਰ ਵਿੱਚ ਰਹਿੰਦਿਆਂ ਹੋਇਆਂ ਬਾਬਾ ਰਾਮ ਰਾਏ ਜੀ ਨੂੰ ਕਈ ਦਿਨ ਬੀਤੇ। ਰਾਮ ਰਾਏ ਤਿਮ ਜਾਤ ਭਏ ਹੈ। ਤੇ ਤਿਵੇਂ ਹੀ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਸਭਾ ਦੇ ਵਿੱਚ ਜਾਇਆ ਕਰਦੇ ਹਨ। ਸਭਾ ਬਿਖੈ ਸ਼ੋਭੈ ਇਸ ਭਾਂਤੀ। ਤੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ ਇਸ ਤਰ੍ਹਾਂ ਸਜਦੇ ਹਨ। ਉਡਗਨ ਮਹਿ ਪੂਰਨ ਸਸਰਾਤੀ। ਜਿਵੇਂ ਕਿ ਤਾਰਿਆਂ ਦੇ ਵਿੱਚ ਜੋ ਪੁੰਨਿਆਂ ਦੀ ਰਾਤ ਦਾ ਚੰਦਰਮਾ ਸਜਦਾ ਹੋਵੇ, ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਸੋਭਦੇ ਸਭਾ ਵਿੱਚ। ਚੜਿਓ ਅਖੇਰ ਸ਼ਾਹੋ ਇੱਕ ਦਿਨ ਮੈਂ। ਇੱਕ ਦਿਨ ਦੀ ਗੱਲ ਹੈ ਕਿ ਔਰੰਗਜ਼ੇਬ ਬਾਦਸ਼ਾਹ ਸ਼ਿਕਾਰ ਕਰਨ ਵਾਸਤੇ ਚੱਲ ਪਿਆ। ਗੁਰ ਸੁਤ ਲੀਨ ਸਾਥ ਤਿਸ ਛਿਨ ਮੈਂ। ਸਤਿਗੁਰਾਂ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਉਸਨੇ ਆਪਣੇ ਨਾਲ ਲਿਆ। ਅਦਕ ਸਮਾਜ ਨਰਨ ਕੋ ਨਾਹੀ। ਤੇ ਜਿਹੜੇ ਹੋਰ ਬਹੁਤ ਸਾਰੇ ਲੋਕ ਸਿਪਾਹੀ ਆਦਿਕ ਆਪਣੇ ਸੈਨਾਪਤੀ ਨੇ, ਉਹਨਾਂ ਨੂੰ ਨਾਲ ਬਹੁਤਿਆਂ ਨੂੰ ਔਰੰਗਜ਼ੇਬ ਨੇ ਨਹੀਂ ਲਿਆ। ਚੜੇ ਤੁਰੰਗਨ ਮਾਰਗ ਜਾਹੀ। ਆਪਣੇ ਘੋੜਿਆਂ ਤੇ ਸਵਾਰ ਹੋ ਕਰਕੇ ਰਸਤੇ ਤੇ ਜਾਣ ਲੱਗ ਪਏ ਹਨ। ਤਿਸ ਛਿਨ ਨਿਕਸਿਓ ਹਰਨ ਅਗਾਰੀ। ਤੇ ਇੱਕ ਉਸ ਵੇਲੇ ਜੋ ਹਰਨ ਹੈ ਅੱਗੇ ਨਿਕਲਿਆ ਹੋਇਆ ਇਹਨਾਂ ਨੇ ਵੇਖਿਆ ਏ। ਦੋਨੋਂ ਦੇਖਤ ਚਲੇ ਪਿਛਾਰੀ। ਤੇ ਦੇਖਦਿਆਂ ਹੋਇਆ ਔਰੰਗਜ਼ੇਬ ਬਾਦਸ਼ਾਹ ਤੇ ਬਾਬਾ ਰਾਮ ਰਾਏ ਜੀ ਉਸ ਦੇ ਪਿੱਛੇ ਜਾ ਰਹੇ। ਬੜੇ ਬੇਗ ਤੇ ਤੁਰੰਗ ਤਬਾਏ। ਬੜੀ ਤੇਜ਼ੀ ਨਾਲ ਆਪਣੇ ਘੋੜਿਆਂ ਨੂੰ ਇਹਨਾਂ ਨੇ ਦੁੜਾਇਆ ਹੈ। ਗਏ ਦੂਰ ਮਾਰਗ ਬਿਸਰਾਏ। ਇਸ ਤਰ੍ਹਾਂ ਜਾਂਦੇ ਹੋਏ ਆਪਣਾ ਰਸਤਾ ਜੋ ਹੈ ਜਿੱਧਰੋਂ ਦੀ ਆਏ ਚੱਲ ਕੇ ਉਹ ਪਿੱਛੇ ਛੱਡ ਕਰਕੇ ਅੱਗੇ ਅਗਾਂਹ ਦੂਰ ਚਲੇ ਗਏ। ਪਾਛੇ ਹਟੇ ਨਾ ਚਹਤ ਅਖੇਰਾ। ਭਾਵੇਂ ਕਿ ਉਹ ਪਿੱਛੇ ਹਟਣਾ ਚਾਹੁੰਦੇ ਪਰ ਪਿੱਛੇ ਨਾ ਹਟੇ, ਸ਼ਿਕਾਰ ਹੀ ਕਰਨਾ ਚਾਹੁੰਦੇ ਹਨ ਉਸ ਹਰਨ ਦਾ। ਹਤਿਓ ਨਾ ਗਇਓ ਭਇਓ ਨਹਿ ਨੇਰਾ। ਕਿਉਂਕਿ ਉਸ ਹਰਨ ਦੇ ਉਹਨਾਂ ਦੇ ਪਾਸੋਂ ਨੇੜੇ ਨਹੀਂ ਹੋਇਆ ਗਿਆ, ਛੇਤੀ ਉਸ ਨੂੰ ਨਹੀਂ ਮਾਰਿਆ ਗਿਆ। ਕਿਤਕ ਕੋਸ ਪਰ ਪਹੁੰਚੇ ਜਾਏ। ਤੇ ਇਸ ਤਰ੍ਹਾਂ ਜਾਂਦੇ ਹੋਏ ਕਿੰਨੇ ਹੀ ਕੋਹਾਂ ਦੀ ਦੂਰੀ ਦਾ ਪੈਂਡਾ ਤਹਿ ਕਰ ਦਿੱਤਾ। ਮਿਲਤ ਹੈ ਹਤਿਓ ਮਿਰਗ ਕੋ ਧਾਏ। ਫਿਰ ਜਦੋਂ ਉਸ ਨੂੰ ਥਕਾਉਂਦਿਆਂ ਹੋਇਆਂ ਜਾ ਮਿਲੇ ਹਨ ਨੇੜੇ, ਤਾਂ ਧਾ ਕੇ ਫਿਰ ਉਸ ਹਰਨ ਨੂੰ ਇਹਨਾਂ ਨੇ ਮਾਰਿਆ ਹੈ। ਭਏ ਇਕਾਕੀ ਦੋਨੋਂ ਤਹਾਂ। ਤੇ ਉਸ ਵੇਲੇ ਦੋਵੇਂ ਔਰੰਗਜ਼ੇਬ ਬਾਦਸ਼ਾਹ ਤੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਇਕੱਲੇ ਹੀ ਉੱਥੇ ਰਹਿ ਗਏ ਹਨ। ਸੰਗੀ ਏਕ ਨਾ ਪਹੁੰਚਿਓ ਜਹਾਂ। ਤੇ ਜਿੱਥੇ ਕਿ ਕੋਈ ਵੀ ਸੰਗੀ ਸਾਥੀ ਦੋਵਾਂ ਦਾ ਆਪਣੇ ਨਾਲ ਨਹੀਂ ਪਹੁੰਚਿਆ ਹੈ। ਹਟ ਗਮਨੇ ਜਬਪੁਰ ਕੀ ਓਰ। ਮੁੜ ਕੇ ਉੱਥੋਂ ਜਿਸ ਵੇਲੇ ਆਪਣੇ ਨਗਰ ਨੂੰ ਵਾਪਸ ਆਉਣ ਲੱਗੇ ਹਨ, ਚੜਿਓ ਦਿਵਸ ਆਤਪ ਪੀ ਜ਼ੋਰ। ਤਾਂ ਫਿਰ ਬਹੁਤਾ ਦਿਨ ਚੜ੍ਹ ਆਇਆ, ਜਿਸ ਕਰਕੇ ਬਹੁਤ ਹੀ ਜ਼ਿਆਦਾ ਜ਼ੋਰ ਦੀ ਜੋ ਸਖਤ ਤਪਸ਼ ਹੈ, ਧੁੱਪ ਹੈ ਬਹੁਤ ਕਰੜੀ, ਉਹ ਛਾ ਗਈ ਹੈ ਸਾਰੇ ਆਕਾਸ਼ ਵਿੱਚ। ਛਤਰੀ ਨਹੀਂ ਕਰਨ ਹਿਤ ਛਾਇਆ। ਤੇ ਛਾਂ ਕਰਨ ਵਾਸਤੇ ਕੋਈ ਛਤੜੀ ਵੀ ਇਹਨਾਂ ਦੇ ਪਾਸ ਨਹੀਂ ਹੈ। ਤੁਰਤ ਸ਼ਾਹ ਕੋ ਮੁਖ ਕੁਮਲਾਇਆ। ਤੇ ਸੋਹਲ ਸਰੀਰ ਵਾਲਾ ਜੋ ਔਰੰਗਜ਼ੇਬ ਬਾਦਸ਼ਾਹ ਹੈ, ਇਸ ਦਾ ਚਿਹਰਾ ਛੇਤੀ ਹੀ ਧੁੱਪ ਨਾ ਬਹੁਤੀ ਸਹਾਰਦਿਆਂ ਹੋਇਆਂ ਕੁਮਲਾ ਗਿਆ। ਨੌਕਰ ਨਰ ਨਹਿ ਨਿਕਟੀ ਕੋ। ਤੇ ਕੋਈ ਵੀ ਨੌਕਰ ਮਨੁੱਖ ਇਸ ਦੇ ਪਾਸ ਇਸ ਵੇਲੇ ਨੇੜੇ ਨਹੀਂ ਰਿਹਾ। ਆਨ ਕਰਹਿ ਆਤਪ ਹਤ ਜੋ। ਜਿਹੜਾ ਕਿ ਆ ਕੇ ਧੁੱਪ ਤੋਂ ਕੋਈ ਛਾਂ ਇਸ ਨੂੰ ਕਰਾ ਕੇ ਸੁਖੀ ਕਰ ਸਕੇ। ਘਨੇ ਕਾਮ ਤੇ ਬੋਲਿਓ ਸ਼ਾਹੂ। ਤੇ ਬਹੁਤ ਹੀ ਜ਼ਿਆਦਾ ਘਨੇ ਕਾਮ ਤੇ ਬਹੁਤ ਹੀ ਜ਼ਿਆਦਾ ਤਪਸ਼ ਕਰਕੇ, ਫਿਰ ਬਹੁਤ ਹੀ ਧੁੱਪ ਨੂੰ ਨਾ ਸਹਾਰਨ ਕਰਨ ਕਰਕੇ ਬਹੁਤਾ ਦੁਖੀ ਹੋ ਕੇ ਇਸ ਤਰ੍ਹਾਂ ਔਰੰਗਜ਼ੇਬ ਕਹਿਣ ਲੱਗਾ ਹੈ। ਅਬ ਨਰ ਨਿਕਟ ਨ ਹਮ ਤੁਮ ਪਾਹੂ। ਕਹਿੰਦਾ ਹੈ ਬਾਬਾ ਰਾਮ ਰਾਏ ਜੀ ਨੂੰ ਕਿ ਸਾਡੇ ਤੁਹਾਡੇ ਪਾਸ ਇਸ ਵੇਲੇ ਹੋਰ ਕੋਈ ਮਨੁੱਖ ਨਹੀਂ ਸਹਾਇਤਾ ਕਰਨ ਲਈ। ਆਤਪ ਚੰਡ ਪਰ ਹੈ ਤਪਤਾਈ। ਤੇ ਬਹੁਤ ਹੀ ਜ਼ਿਆਦਾ ਜੋ ਪੈ ਰਹੀ ਹੈ, ਤੇਜ਼ ਧੁੱਪ ਪੈ ਰਹੀ ਹੈ, ਬਹੁਤ ਜ਼ਿਆਦਾ ਤਪ ਰਿਹਾ ਹੈ ਸੂਰਜ ਜਾਣੋ, ਇਸ ਤਪਸ਼ ਨੂੰ ਅਸੀਂ ਨਹੀਂ ਚੱਲ ਸਕਦੇ। ਕਰਹੋ ਆਪ ਇਸ ਕੇਰ ਉਪਾਈ। ਮੈਥੋਂ ਐਸੀ ਜੋ ਸਖਤ ਧੁੱਪ ਹੈ ਜਰੀ ਨਹੀਂ ਜਾਂਦੀ, ਇਸ ਵਾਸਤੇ ਇਸ ਨੂੰ ਰੋਕਣ ਵਾਸਤੇ ਕੋਈ ਯਤਨ ਕਰੋ ਤੁਸੀਂ। ਹਮ ਤੁਮ ਉਪਰ ਹੋਏ ਜਿਮ ਛਾਇਆ। ਤੇ ਸਾਡੇ ਤੁਹਾਡੇ ਉੱਪਰ ਜਿਸ ਕਰਕੇ ਛਾਂ ਹੋ ਜਾਵੇ ਹੁਣ। ਸੁਖ ਸੋ ਚਲਹਿ ਨਾਹੇ ਤਾ ਕੁਮਲਾਇਆ। ਤੇ ਨਹੀਂ ਤਾਂ ਮੇਰਾ ਚਿਹਰਾ ਹੋਰ ਕੁਮਲਾ ਜਾਵੇਗਾ, ਤੁਸੀਂ ਕਿਰਪਾ ਕਰਕੇ ਛਾਂ ਕਰ ਦਿਓ ਜਿਸ ਕਰਕੇ ਸੁਖ ਦੇ ਸਹਿਤ ਹੋ ਜਾਵਾਂ।
ਸੁਨ ਸ੍ਰੀ ਰਾਮ ਰਾਏ ਤਤਕਾਲਾ। ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਸੁਣ ਕੇ ਬਾਬਾ ਰਾਮ ਰਾਏ ਜੀ ਉਸੇ ਵੇਲੇ ਬਚਨ ਕਰਨ ਲੱਗੇ ਹਨ। ਕਹਿਤ ਭਇਓ ਇਹ ਕਾਮ ਕਰਾਲਾ। ਕਹਿੰਦੇ ਹਨ ਕਿ ਜੋ ਤਪਸ਼ ਹੈ ਬਹੁਤ ਭਿਆਨਕ ਹੋ ਰਹੀ ਹੈ, ਇਸ ਤੇ ਹੋਏ ਹਮ ਤੁਮ ਪਰ ਛਾਓ। ਤੇ ਇਸ ਤੋਂ ਬਚਾਅ ਵਾਸਤੇ ਮੇਰੇ ਤੇਰੇ ਉੱਪਰ ਹੁਣੇ ਛਾਂ ਹੋ ਜਾਵੇਗੀ। ਮਿਲਹਿ ਬਿਲੋ ਕਹਿ ਮਹਾ ਪ੍ਰਭਾਓ। ਅਸੀਂ ਤੁਰੇ ਜਾਂਦਿਆਂ ਹੋਇਆਂ ਜਾ ਰਹੇ ਹੋਵਾਂਗੇ, ਜਿਹੜੇ ਲੋਕ ਵੇਖਣਗੇ ਬਹੁਤਾ ਪ੍ਰਤਾਪ, ਤਬ ਛਾਇਆ ਦੋਨੋਂ ਪਰ ਭਈ। ਤੇ ਉਹ ਵੇਖ ਕੇ ਬਹੁਤ ਹੈਰਾਨ ਹੋਣਗੇ। ਐਸਾ ਬਚਨ ਕੀਤਾ ਹੈ, ਤਾਂ ਫਿਰ ਬਚਨ ਕਰਦਿਆਂ ਸਾਰ ਹੀ ਬਹੁਤੀ ਛਾਂ ਹੋ ਗਈ ਹੈ ਦੋਹਾਂ ਉੱਪਰ। ਤਪਤ ਕਾਮ ਕੀ ਸਭ ਮਿਟ ਗਈ। ਜਾਣੋ ਕਿ ਤਪਸ਼ ਦੀ ਜਿੰਨੀ ਵੀ ਜੋ ਬਹੁਤ ਜ਼ਿਆਦਾ ਤੇਜ਼ੀ ਹੈ, ਬਹੁਤਾ ਤਪਸ਼ ਦਾ ਤੇਜ ਹੈ, ਸਭ ਮਿਟ ਗਿਆ ਹੈ। ਤੁਰੰਗ ਅਰੂਡੇ ਗਮਹਿ ਜਹਾਂ ਕੋ। ਧੁੱਪ ਦੀ ਜੋ ਬਹੁਤੀ ਤਪਸ਼ ਮਿਟ ਗਈ ਹੈ, ਤੇ ਜਿੱਥੇ ਵੀ ਘੋੜਿਆਂ ਤੇ ਸਵਾਰ ਹੋ ਕੇ ਰਸਤੇ ਤੇ ਇਹ ਜਾ ਰਹੇ ਹਨ, ਛਾਓ ਦੋਹਨ ਪਰ ਚਲਹਿ ਤਹਾਂ ਕੋ। ਉਥੇ ਉਥੇ ਦੋਹਾਂ ਦੇ ਉੱਪਰ, ਔਰੰਗਜ਼ੇਬ ਤੇ ਗੁਰੂ ਕੇ ਸਪੁੱਤਰ ਦੇ ਉੱਪਰ ਛਾਂ ਹੀ ਹੁੰਦੀ ਜਾ ਰਹੀ ਹੈ। ਨਹੀਂ ਮੇਘ ਨਹਿ ਛਤਰੀ ਪਾਸ। ਜਿੱਥੇ ਕਿ ਆਕਾਸ਼ ਦੇ ਵਿੱਚ ਬੱਦਲਾਂ ਕਰਕੇ ਛਾਂ ਹੁੰਦੀ ਹੈ, ਜਾਂ ਜੋ ਛਤੜੀ ਹੋਵੇ ਤਾਂ ਛਾਂ ਹੋ ਸਕਦੀ ਹੈ, ਜਾਂ ਸੋ ਰੁੱਖਾਂ ਕਰਕੇ ਛਾਂ ਹੁੰਦੀ ਹੈ। ਰਸਤੇ ਵਿੱਚ ਕੋਈ ਰੁੱਖ ਵੀ ਨਹੀਂ ਹਨ, ਔਰ ਨਾ ਕਿਸੇ ਕੋਲ ਛਤੜੀ ਹੈ, ਨਾ ਆਕਾਸ਼ ਦੇ ਵਿੱਚ ਬੱਦਲ ਹਨ। ਤਉ ਛਾਓ ਹੋਈ ਸੁਖ ਰਾਸ। ਤੇ ਤਾਂ ਵੀ ਬਹੁਤੇ ਜ਼ਿਆਦਾ ਜੋ ਜਾਣੋ ਕਿ ਸੁਖ ਦੇਣ ਵਾਲੀ ਇਹਨਾਂ ਦੇ ਉੱਪਰ ਛਾਂ ਹੋ ਗਈ ਹੈ। ਜਦੋਂ ਬਾਬਾ ਰਾਮ ਰਾਏ ਜੀ ਨੇ ਛਾਂ ਹੋਣ ਦਾ ਵਚਨ ਕੀਤਾ, ਮਿਲਹਿ ਪੰਥ ਬਿਸਮਹਿ ਅਵਲੋਕ। ਜਿਹੜੇ ਰਸਤੇ ਵਿੱਚ ਮਿਲ ਰਹੇ ਹਨ, ਵੇਖ ਵੇਖ ਬਹੁਤ ਹੈਰਾਨ ਹੁੰਦੇ ਨੇ। ਆਵਹਿ ਸਾਥ ਦੂਰ ਦੁਰਲੋਕ। ਤੇ ਦੂਰ ਦੂਰ ਤੋਂ ਲੁਕ ਲੁਕ ਕੇ ਕਈ ਵੇਖਣ ਵਾਸਤੇ ਬਾਦਸ਼ਾਹ ਵੱਲ ਨੂੰ ਔਰ ਬਾਬਾ ਰਾਮ ਰਾਏ ਜੀ ਵੱਲ ਵੇਖ ਆ ਰਹੇ ਹਨ। ਦੇਖੋ ਅਤ ਅਚਰਜ ਇਹ ਹੋਵਾ। ਇਸ ਤਰ੍ਹਾਂ ਆਪਸ ਵਿੱਚ ਕਹਿੰਦੇ ਹਨ ਕਿ ਵੇਖੋ ਬਹੁਤੀ ਜ਼ਿਆਦਾ ਹੈਰਾਨੀ ਹੋ ਰਹੀ ਹੈ, ਜੋ ਛਾਂ ਵੇਖ ਰਹੇ ਹਾਂ ਅਸੀਂ, ਬਿਨਾਂ ਹੀ ਬਦਲਾਂ ਤੋਂ ਇਹ ਛਾਂ ਹੈ। ਛਤਰੀ ਬਿਨਾ ਕਾਮ ਕਹੋ ਖੋਵਾ। ਤੇ ਬਿਨਾਂ ਛਤੜੀ ਤੋਂ ਹੀ ਇਹਨਾਂ ਨੇ ਬਹੁਤੀ ਧੁੱਪ ਦੀ ਤਪਸ਼ ਨੂੰ ਦੂਰ ਕਰ ਲਿਆ। ਪੁਰ ਮਹਿ ਪ੍ਰਵੇਸ਼ੇ ਦੋਨੋਂ ਭਲੇ। ਇਸੇ ਤਰ੍ਹਾਂ ਚੱਲਦੇ ਹੋਏ ਭਲੇ ਤਰੀਕੇ ਨਾਲ ਆਉਂਦੇ ਹੋਏ ਦਿੱਲੀ ਸ਼ਹਿਰ ਵਿੱਚ ਆਣ ਪ੍ਰਵੇਸ਼ ਹੋਏ। ਲੋਕ ਹਜ਼ਾਰੋਂ ਹੇਰਤ ਮਿਲੇ। ਔਰੰਗਜ਼ੇਬ ਤੇ ਗੁਰੂ ਕਾ ਸਪੁੱਤਰ ਬਾਬਾ ਰਾਮ ਰਾਏ ਜੀ ਆ ਗਏ ਹਨ। ਇਹਨਾਂ ਆਉਂਦਿਆਂ ਨੂੰ ਵੇਖ ਕਰਕੇ ਹਜ਼ਾਰਾਂ ਹੀ ਲੋਕ ਬਹੁਤ ਹੈਰਾਨ ਹੁੰਦੇ। ਬੰਦਨ ਕਰਹਿ ਨਿਵਾਵਹਿ ਸੀਸ। ਤੇ ਆਣ ਕੇ ਬੰਦਨਾ ਕਰਦੇ, ਸੀਸ ਝੁਕਾ ਕਰਕੇ, ਜੋ ਜਾਣਦੇ ਹਨ ਵਡਿਆਈ ਬਾਬਾ ਰਾਮ ਰਾਏ ਜੀ ਦੀ। ਗੁਰਸੁਤ ਕੋ ਅਰ ਦਿੱਲੀ ਈਸ਼। ਗੁਰੂ ਕੇ ਸਪੁੱਤਰ ਨੂੰ ਨਮਸਕਾਰ ਕਰਦੇ ਹੈ, ਔਰ ਔਰੰਗਜ਼ੇਬ ਬਾਦਸ਼ਾਹ ਵੱਲ ਤੱਕਦੇ ਹਨ। ਸਹਿਜ ਸੁਭਾਇਕ ਦੁਰਗ ਪ੍ਰਵੇਸ਼ੇ। ਤੇ ਸਹਿਜ ਸੁਭਾਵਕ ਹੀ ਆਣ ਕਰਕੇ ਔਰੰਗਜ਼ੇਬ ਆਪਣੇ ਕਿਲੇ ਵਿੱਚ ਪ੍ਰਵੇਸ਼ ਹੋਇਆ। ਹੇਰ ਹੇਰ ਬਿਸਮਾਹੇ ਅਸ਼ੇਸ਼ੇ। ਤੇ ਬਹੁਤ ਸਾਰੇ ਲੋਕ ਵੇਖ ਵੇਖ ਕੇ ਹੈਰਾਨ ਹੋ ਗਏ ਹਨ। ਅਚਰਜ ਹਰਖ ਹੋਏ ਕਰ ਸ਼ਾਹੂ। ਤੇ ਬਹੁਤ ਖੁਸ਼ ਹੋ ਕੇ, ਅਸਚਰਜ ਹੋ ਕੇ ਔਰੰਗਜ਼ੇਬ ਇਸ ਤਰ੍ਹਾਂ ਹੈਰਾਨ ਹੋਇਆ ਰਿਹਾ। ਬੈਠਿਓ ਜਾਏ ਜਬ ਹੈ ਘਰ ਮਾਹੂ। ਤੇ ਆਪਣੇ ਘਰ ਮਹਿਲਾਂ ਦੇ ਵਿੱਚ ਜਾ ਕੇ ਔਰੰਗਜ਼ੇਬ ਜਦੋਂ ਬੈਠਾ ਹੈ, ਛਾਇਆ ਸੋ ਬਿਲਾਏ ਤਬ ਗਈ। ਫਿਰ ਜਾਣੋ ਕਿ ਜੋ ਛਾਂ ਪਹਿਲਾਂ ਹੋ ਰਹੀ ਸੀ ਉਹ ਫਿਰ ਨਿਵਰਤ ਹੋਈ, ਫਿਰ ਨਾਸ ਹੋਈ ਹੈ। ਗੁਰਸੁਤ ਉੱਪਰ ਤੈਸਿਓ ਭਈ। ਉਹ ਛਾਂ ਫਿਰ ਦੂਰ ਹੋਈ ਹੈ। ਤੇ ਉਸੇ ਪ੍ਰਕਾਰ ਜੋ ਬਾਬਾ ਰਾਮ ਰਾਏ ਜੀ ਦੇ ਉੱਪਰ ਛਾਂ ਹੋ ਰਹੀ ਸੀ, ਉਵੇਂ ਹੀ ਉਹ ਰਹੀ ਹੈ ਪਹਿਲਾਂ ਜਦੋਂ ਤੱਕ ਡੇਰੇ ਗਏ ਹਨ। ਜਬ ਆਪਣੇ ਡੇਰੇ ਮਹਿ ਆਇਓ। ਜਦੋਂ ਆਪਣੇ ਡੇਰੇ ਵਿੱਚ ਆਣ ਪ੍ਰਵੇਸ਼ ਹੋਏ ਬਾਬਾ ਰਾਮ ਰਾਏ ਜੀ, ਸੁੰਦਰ ਸਦਨ ਵਿਖੈ ਪ੍ਰਵਸ਼ਾਇਓ। ਤੇ ਸੁੰਦਰ ਘਰ ਦੇ ਵਿੱਚ ਜਾ ਪ੍ਰਵੇਸ਼ ਹੋਏ ਹਨ। ਮਿਟੀ ਛਾਉ ਸਭ ਲੋਕਨ ਦੇਖੀ। ਤਾਂ ਫਿਰ ਛਾਂ ਮਿਟ ਗਈ ਹੈ, ਜਿਹੜੀ ਉੱਪਰ ਹੋ ਰਹੀ ਸੀ ਰਸਤੇ ਵਿੱਚ ਆਉਂਦਿਆਂ ਦੇਖੀ ਸੀ ਲੋਕਾਂ ਨੇ, ਉਹ ਛਾਂ ਮਿਟ ਗਈ, ਲੋਕਾਂ ਨੇ ਤੱਕੀ। ਅਤ ਅਚਰਜ ਚਿਤ ਬਿਸਮ ਬਿਸੇਖੀ। ਆਪਣਿਆਂ ਹਿਰਦਿਆਂ ਦੇ ਵਿੱਚ ਸਭ ਵੇਖ ਵੇਖ ਬਹੁਤੇ ਹੈਰਾਨ ਹੋ ਗਏ। ਇਸ ਪ੍ਰਕਾਰ ਅਜ਼ਮਤ ਦਿਖਰਾਈ। ਤੇ ਇਸ ਤਰੀਕੇ ਨਾਲ ਬਾਬਾ ਰਾਮ ਰਾਏ ਜੀ ਨੇ ਆਪਣੀ ਜੋ ਕਰਾਮਾਤ ਹੈ ਪ੍ਰਗਟ ਹੀ ਸਭਨਾਂ ਵਿੱਚ ਦਿਖਾ ਦਿੱਤੀ। ਕਵ ਸੰਤੋਖ ਸਿੰਘ ਕਹਿਤ ਬਨਾਈ। ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਅਸੀਂ ਬਣਾ ਸਵਾਰ ਕਰਕੇ ਜੋ ਕਥਾ ਹੈ ਉਸੇ ਤਰੀਕੇ ਨਾਲ ਤੁਹਾਨੂੰ ਕਹਿ ਕਰਕੇ ਸੁਣਾਈ ਹੈ।
ਜੈਸੀ ਕੇ ਸ਼ਕਤੀ ਕਰਾਮਾਤ ਬਾਬਾ ਰਾਮ ਰਾਏ ਜੀ ਨੇ ਸਤਿਗੁਰੂ ਹਰਿ ਰਾਏ ਸਾਹਿਬ ਪਿਤਾ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਮੇਂ ਸਮੇਂ ਅਨੁਸਾਰ ਦਿਖਾਈ ਹੈ, ਜਿਸ ਕਰਕੇ ਮਹਾਨ ਜਸ ਦਿੱਲੀ ਸ਼ਹਿਰ ਦੇ ਵਿੱਚ ਗੁਰੂ ਘਰ ਦਾ ਔਰ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਦਾ ਪ੍ਰਗਟ ਹੋਇਆ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਹੋਈ ਹੈ। ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਔਰ ਗੁਰੂ ਕੀ ਸੰਗਤ ਖਿਮਾ ਔਰ ਸਮਤ ਕਿਰਪਾ ਕਰਕੇ ਬਖਸ਼ਿਸ਼ ਕਰਨੀ। ਅਗਲੇ ਦੀਵਾਨਾਂ ਵਿੱਚ ਅੱਗੇ ਆਉਣ ਵਾਲੇ ਪ੍ਰਸੰਗ ਸਰਵਣ ਕਰਨੇ ਜੀ। ਇਸ ਪ੍ਰਕਾਰ ਅਜ਼ਮਤ ਦਿਖਰਾਈ, ਕਬ ਸੰਤੋਖ ਸਿੰਘ ਕਹਿਤ ਬਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।